ਰਸ਼ੀਆ ਨੇ ਜ਼ਰੂਰ ਸਪਿਨ ਕੀਤਾ ਸੀ ਬਾਲ ਪਿਛਲੇ ਹਫਤੇ ਵੀ ਅਸੀਂ ਵੈਕਸੀਨ ਕੱਢ ਦਿੱਤਾ। ਮੋਡਰਨਾ ਕਹਿ ਰਹੀ ਹੈ ਸ਼ਾਇਦ ਦਸੰਬਰ ਜਨਵਰੀ 'ਚ ਹੁਣ ਚਲੇ ਜਾਣਾ ਜਿਹੜਾ ਵੈਕਸੀਨ ਉਹਨਾਂ ਦਾ ਹੋਣਾ। ਡਾਕਟਰ ਸਾਹਿਬ ਵੈਕਸੀਨ ਦੇ ਬਾਰੇ ਹੁਣ ਜਿਹੜੀ ਰਸ਼ੀਆ ਕਹਿੰਦਾ ਵੀ ਉਹਨਾਂ ਨੇ ਕਹਤੀ, ਉਹਨੇ ਵਲਾਦੀਮੀਰ ਪੁਤਿਨ ਨੂੰ ਕਿਹਾ ਵੀ ਮੈਂ ਆਪਣੀ ਬੇਟੀ ਨੂੰ ਵੀ ਲਾ ਦਿੱਤੀ ਹੈ ਜੀ ਜੀ, ਵੀ ਕੋਈ ਚੱਕਰ ਨਹੀਂ, ਇਹ ਠੀਕ ਹੈ। ਅਗਰ ਇੱਕ ਜਾਂ ਦੋ ਟਰਾਇਲਸ ਤੋਂ ਬਾਅਦ ਫੇਜ਼ 3 ਟਰਾਇਲ ਪੂਰੀ ਨਹੀਂ ਹੋਈ ਜਿੱਦਾਂ ਰਸ਼ੀਆ ਦੀ, ਔਰ ਤੁਸੀਂ ਮਾਰਕੀਟ 'ਚ ਲੈ ਆਉਂਦੀ ਵੀ ਨਹੀਂ ਸਾਡੀ ਵੈਕਸੀਨ ਠੀਕ ਹੈਗੀ ਆ, ਉਹ ਵੀ ਇੱਕ ਗਲਤ ਸੰਦੇਸ਼ ਹੈਗਾ। ਪ੍ਰੋਬਲਮ ਪਤਾ ਕੀ ਖੜੀ ਹੋਈ ਹੈ ਜਸਕਰਨ ਜੀ, ਜਿਵੇਂ ਹੁਣ ਜਿਹੜੀ ਮੋਡਰਨਾ ਦੀ ਸੀ ਔਰ ਆਕਸਫੋਰਡ ਦੀ ਸੀ, ਉਹਨਾਂ ਦੀ ਫੇਜ਼ 1 ਔਰ 2 ਟਰਾਇਲ ਬੜੇ ਮੁਕੰਮਲ ਸੀ। ਵੈਕਸੀਨੇਸ਼ਨ ਦੇ ਤੌਰ ਦੇ ਉੱਤੇ ਇੱਦਾਂ ਲੱਗ ਰਿਹਾ ਵੀ ਕਾਫੀ ਪ੍ਰੋਗਰੈਸ ਹੋ ਰਹੀ ਆ। ਜਿਹੜੀ ਮੋਡਰਨਾ ਆ ਉਹ ਜਿਹੜੀ ਪੋਪੂਲੇਸ਼ਨ ਹੁੰਦੀ ਹੈ ਨਾ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਵੈਕਸੀਨ, ਬਟ ਉਹਨਾਂ ਨੂੰ ਲੈਟੀਨੋ ਤੇ ਜਿਹੜੇ ਬਲੈਕ ਆ ਉਹਨੂੰ ਰਿਕਰੂਟ ਕਰਨ 'ਚ, ਕਿਉਂਕਿ 18% ਅਮਰੀਕਾ ਲੈਟੀਨੋ ਔਰ ਬਲੈਕ ਹੈਗੀ ਆ, ਉਹਨੂੰ ਥੋੜੀ ਡਿਫਿਕਲਟੀ ਆ ਰਹੀ। ਡਾਕਟਰ ਥਰੀਸਾ ਟੈਮ ਜਿਹੜੇ ਸਾਡੇ ਫੈਡਰਲ ਚੀਫ ਮੈਡੀਕਲ ਆਫਿਸਰ, ਉਹ ਕਹਿੰਦੇ ਜਿਹੜੇ ਸੈਕਿੰਡ ਵੇਵ ਹੋਣੀ ਆ ਉਹ ਜ਼ਿਆਦਾ ਘਾਤਕ ਹੋਊਗੀ। ਜਿਹੜਾ ਸੈਕਿੰਡ ਵੇਵ ਦੇ ਦੌਰਾਨ ਲਾਕਡਾਊਨ ਨਹੀਂ ਹੋਣਾ, ਪਰ ਅਗਰ BC 'ਚ ਦੇਖੀਏ ਤਾਂ 6000 ਹਸਪੀਟਲ ਬੈੱਡ ਹੈਗਾ, ਔਰ ਸਾਡੇ ਕੋਲ ਵੈਂਟੀਲੇਟਰ ਕਰੀਬਨ 4700 ਤੋਂ ਜ਼ਿਆਦਾ ਵੈਂਟੀਲੇਟਰ ਹੈਗੇ ਆ। ਵੈਂਟੀਲੇਟਰ ਦੀ ਵੀ ਆਰਡਰ ਦਿੱਤੀ ਹੋਈ ਹੈ ਹੈਲਥ ਕੈਨੇਡਾ ਨੇ, ਕੁਝ ਬਣ ਕੇ ਆਇਆ, ਕੁਝ ਆ ਜਾਣਗੇ ਕੁਝ ਮਹੀਨਿਆਂ 'ਚ, ਉਹਦੇ ਵਿੱਚ ਵੀ ਨੁਕਤਾਚੀਨੀ ਚੱਲ ਰਹੀ ਆ। ਲੇਕਿਨ ਇਹੀ ਮੈਂ ਕਹਿ ਰਿਹਾ ਵੀ ਕੋਵਿਡ ਗਿਆ ਨਹੀਂ ਕਿੱਥੇ, ਅਸੀਂ ਆਪਣੇ ਸੁਭਾਅ ਨੂੰ ਕੰਟਰੋਲ ਰੱਖੀਏ, ਨਾ ਪਾਰਟੀਆਂ ਕਰੀਏ, ਨਾ ਸੰਗਨੀ ਗੈਦਰਿੰਗ 'ਚ ਜਾਈਏ, ਹੈਂਡ ਵਾਸ਼ਿੰਗ ਰੱਖੀਏ, ਮਾਸਕ ਜ਼ਰੂਰ ਪਾਈਏ ਜਦੋਂ ਬਾਹਰ ਜਾਂਦੇ ਆ, ਔਰ ਫਿਜ਼ੀਕਲ ਡਿਸਟੈਂਸ ਰੱਖੀਏ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਕੋਵਿਡ-19 ਬਾਰੇ ਦੱਸੋ ਜੀ, ਇਸ ਵੇਲੇ ਕੀ ਸਿਚੁਏਸ਼ਨ ਹੈ ਕੈਨੇਡਾ 'ਚ, BC 'ਚ ਜਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੀ ਹੋ ਰਿਹਾ? ਹਾਂਜੀ, ਪਹਿਲਾਂ ਇੰਟਰਨੈਸ਼ਨਲ ਪੱਧਰ 'ਤੇ ਆਪਾਂ ਗੱਲ ਕਰਾਂਗੇ ਵੀ 22 ਮਿਲੀਅਨ ਕੇਸਿਸ ਹੋ ਚੁੱਕੇ ਆ ਜੀ, ਔਰ ਇਹ ਵੱਧਦੇ ਜਾ ਰਹੇ ਆ, ਔਰ ਇਹ ਜਿਹੜੇ ਵੱਧਦੇ ਆ ਹਰ 1, 2 ਜਾਂ 3 ਦਿਨ ਦੇ ਵਿੱਚ ਮਿਲੀਅਨ ਕੇਸਿਸ ਵੱਧ ਜਾਂਦੇ। ਕਰੀਬਨ 5.7 ਮਿਲੀਅਨ ਤਾਂ ਅਮਰੀਕਾ 'ਚ ਹੋ ਗਏ, 3 ਮਿਲੀਅਨ ਤੋਂ ਉੱਤੇ ਹੋ ਗਏ ਬ੍ਰਾਜ਼ੀਲ 'ਚ, ਹਿੰਦੁਸਤਾਨ ਵੀ 3 ਮਿਲੀਅਨ ਦੇ ਲਾਗੇ ਅੱਪੜ ਰਿਹਾ, ਰੂਸ 1 ਮਿਲੀਅਨ ਦੇ ਲਾਗੇ। ਹੁਣ ਦੇਖੋ ਕੋਵਿਡ ਦਾ ਜਿਹੜਾ ਵਾਇਰਸ ਆ ਇਹ ਕਿੱਥੇ ਨਹੀਂ ਜਾਣ ਲੱਗਾ, ਇਹਨੇ ਰਹਿਣਾ, ਆਉਣ ਵਾਲੇ ਕੁਝ ਸਾਲ ਰਹੂਗਾ। ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ, ਅੱਜ ਅਸੀਂ ਗੱਲਬਾਤ ਕਰਨੀ ਆ ਕੋਵਿਡ-19 ਦੇ ਉੱਤੇ, ਕੀ ਅਪਡੇਟਸ ਆ ਹੁਣ ਤੱਕ, ਕਿੱਥੇ ਪਹੁੰਚੀ ਆ ਗੱਲਬਾਤ, ਵੈਕਸੀਨ ਕਦੋਂ ਆ ਰਹੀ ਆ। ਸਤੰਬਰ ਦੇ ਵਿੱਚ ਕਹਿੰਦੇ ਸੀ ਸਤੰਬਰ ਆਉਣ ਵਾਲਾ ਹੋ ਗਿਆ, ਇਹ ਕਦੋਂ ਆਉਣੀ ਆ, ਕਦੋਂ ਲੱਗਣੀ ਆ, ਕਿਹੜੇ ਦੇਸ਼ ਦੇ ਵਿੱਚ ਆਉਣੀ ਆ। ਦੂਜੀ ਗੱਲ ਕੈਨੇਡਾ ਦੇ ਵਿੱਚ, ਔਰ ਕੈਨੇਡਾ ਦੇ ਵਿੱਚ ਬਹੁਤ ਸਾਰੇ ਪ੍ਰੋਵਿੰਸਸ ਦੇ ਵਿੱਚ ਕੇਸਿਸ ਵੱਧ ਰਹੇ ਆ। ਸ਼ੁਰੂ ਦੇ ਵਿੱਚ ਜਦੋਂ ਅਸੀਂ ਗੱਲਬਾਤ ਕਰਦੇ ਸੀ ਉਦੋਂ ਕੁਝ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਜਿਹੜੀ ਸੈਕੰਡ ਵੇਵ ਆ ਉਹ ਬਹੁਤ ਮਾੜੀ ਆ ਔਰ ਜ਼ਬਰਦਸਤ ਹੋਣੀ ਆ, ਪਹਿਲੀ ਤੋਂ ਜ਼ਿਆਦਾ ਖਤਰਨਾਕ ਹੋਣੀ ਆ। ਕਿ ਇਹ ਜਿਹੜੇ ਹੁਣ ਕੇਸਿਸ ਵੱਧ ਰਹੇ ਆ BC ਦੇ ਵਿੱਚ ਖਾਸ ਤੌਰ 'ਤੇ ਅੱਜ ਅਸੀਂ ਗੱਲਬਾਤ ਵੀ ਕਰਾਂਗੇ, ਇਹ ਸੈਕੰਡ ਵੇਵ ਦੀ ਨਿਸ਼ਾਨੀ ਹੈ, ਇਹ ਸੈਕੰਡ ਵੇਵ ਆ ਰਹੀ ਆ, ਜਾਂ ਇਹ ਸਿਰਫ ਵਕਤੀ ਤੌਰ 'ਤੇ ਕੁਝ ਕੇਸਿਸ ਵਧੇ ਨੇ, ਅਦਰਵਾਈਜ਼ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਕੰਟਰੋਲ ਦੇ ਵਿੱਚ ਆ। ਅੱਜ ਦੀ ਇਹ ਸਥਿਤੀ ਕੀ ਆ, ਰਾਸ਼ਟਰੀ ਪੱਧਰ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੀ ਹੋ ਰਿਹਾ, ਇਹਦੇ ਬਾਰੇ ਗੱਲਾਂ ਬਾਤਾਂ ਕਰਾਂਗੇ। ਇੱਕ ਹੋਰ ਬਹੁਤ ਹੀ ਮਹੱਤਵਪੂਰਨ ਮੁੱਦਾ ਜਿਹਦੇ ਨਾਲ ਸਾਡਾ ਸਾਰਿਆਂ ਦਾ ਖਾਸ ਕਰਕੇ ਭਾਰਤੀਆਂ ਦਾ ਵਾਹ ਪੈਂਦਾ, ਕੋਲੈਸਟਰੋਲ ਜਿਹੜੀ ਆ ਖਾਸ ਕਰ ਉੱਤਰੀ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਆਮ ਤੌਰ 'ਤੇ ਬਹੁਤ ਸਾਰੇ ਮਰੀਜ਼ ਨੇ, ਖਾਣੇ ਦੇ ਕਾਰਨ, ਸਾਡੀ ਡਾਈਟ ਉੱਦਾਂ ਦੀ ਆ। ਇਹ ਕੋਲੈਸਟਰੋਲ ਕੀ ਆ? ਕੋਈ ਕਹਿੰਦੇ ਕੋਲੈਸਟਰੋਲ ਚੰਗੀ ਹੁੰਦੀ ਆ, ਕੋਈ ਕਹਿੰਦੇ ਮਾੜੀ ਹੁੰਦੀ ਆ, ਕੋਈ ਕਹਿੰਦੇ ਘਿਓ 'ਚ ਹੁੰਦੇ ਆ, ਕੋਈ ਕਹਿੰਦੇ ਜਿਹੜੇ ਨਟਸ, ਬਦਾਮ, ਕਾਜੂ ਖਾਨੇ ਇਹਦੇ 'ਚ ਵੀ ਕੋਲੈਸਟਰੋਲ ਹੁੰਦੀ ਆ। ਇਹ ਕੀ ਚੀਜ਼ ਆ, ਕਿਹੜੀਆਂ ਇਹਦੇ ਨਾਲ ਪ੍ਰੋਬਲਮਸ ਆਉਂਦੀਆਂ? ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਅੱਜ ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਦੇ ਨਾਲ ਗੱਲਬਾਤ ਕਰਨੀ ਆ। ਅੱਜ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਘਰ ਦੇ ਬੈਕਯਾਰਡ ਦੇ ਵਿੱਚ ਬੈਠੇ ਹਾਂ ਅਤੇ ਲਾਈਵ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਤੁਹਾਡਾ ਕੋਈ ਸਵਾਲ ਹੋਵੇ, ਤੁਸੀਂ ਫੇਸਬੁੱਕ ਦੇ ਉੱਤੇ ਇਸ ਵੇਲੇ ਅਸੀਂ ਲਾਈਵ ਹਾਂ, ਸਾਨੂੰ ਪੁੱਛ ਸਕਦੇ ਹੋ। ਅਸੀਂ ਡਾਕਟਰ ਸਾਹਿਬ ਦੇ ਨਾਲ ਉਹ ਸਵਾਲ ਸਾਂਝਾ ਕਰਾਂਗੇ ਅਤੇ ਉਹਦੇ ਨਾਲ ਸਾਨੂੰ ਸਾਰਿਆਂ ਨੂੰ ਜਾਣਕਾਰੀ ਮਿਲੂਗੀ। ਸਭ ਤੋਂ ਮਹੱਤਵਪੂਰਨ ਸਾਡੀ ਸਿਹਤ, ਜਿਹਨੇ ਅੰਤ ਤੱਕ ਸਾਡਾ ਸਾਥ ਦੇਣਾ, ਇਹਦੇ ਬਾਰੇ ਜਾਣਕਾਰੀ, ਇਹਦੇ ਬਾਰੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਅਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਕੋਵਿਡ-19 ਬਾਰੇ ਦੱਸਿਓ ਜੀ, ਇਸ ਵੇਲੇ ਕੀ ਸਿਚੁਏਸ਼ਨ ਹੈ ਕੈਨੇਡਾ 'ਚ, BC 'ਚ ਜਾਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੀ ਹੋ ਰਿਹਾ? ਹਾਂਜੀ, ਪਹਿਲਾਂ ਇੰਟਰਨੈਸ਼ਨਲ ਪੱਧਰ 'ਤੇ ਆਪਾਂ ਗੱਲ ਕਰਾਂਗੇ ਵੀ 22 ਮਿਲੀਅਨ ਕੇਸਿਸ ਹੋ ਚੁੱਕੇ ਆ ਜੀ, ਔਰ ਇਹ ਵੱਧਦੇ ਜਾ ਰਹੇ ਆ, ਔਰ ਇਹ ਜਿਹੜੇ ਵੱਧਦੇ ਆ ਹਰ 1, 2 ਜਾਂ 3 ਦਿਨ ਦੇ ਵਿੱਚ ਮਿਲੀਅਨ ਕੇਸਿਸ ਵੱਧ ਜਾਂਦੇ ਆ।
ਕਰੀਬਨ 5.7 ਮਿਲੀਅਨ ਤਾਂ ਅਮਰੀਕਾ 'ਚ ਹੋ ਗਏ, 3 ਮਿਲੀਅਨ ਤੋਂ ਉੱਤੇ ਹੋ ਗਏ ਬ੍ਰਾਜ਼ੀਲ 'ਚ, ਹਿੰਦੁਸਤਾਨ ਵੀ 3 ਮਿਲੀਅਨ ਦੇ ਲਾਗੇ ਲਾਗੇ ਅੱਪੜ ਰਿਹਾ, ਰੂਸ 1 ਮਿਲੀਅਨ ਦੇ ਲਾਗੇ। ਹੁਣ ਦੇਖੋ ਕੋਵਿਡ ਦਾ ਜਿਹੜਾ ਵਾਇਰਸ ਆ ਇਹ ਕਿੱਥੇ ਨਹੀਂ ਜਾਣ ਲੱਗਾ, ਇਹਨੇ ਰਹਿਣਾ, ਆਉਣ ਵਾਲੇ ਕੁਝ ਸਾਲ ਰਹੂਗਾ, ਪੂਰੇ ਸੰਸਾਰ 'ਚ ਰਹੂਗਾ। ਉਹਨੂੰ ਕਿਹੜੀ ਕੰਟਰੀ ਕਿਹੜੇ ਮੈਜਰਸ ਦੇ ਨਾਲ ਕੰਟਰੋਲ ਕਰਦੀ, ਕਿੰਨੀ ਉਹਦੀ ਸਫਲਤਾ ਹੁੰਦੀ ਆ। ਜਦੋਂ ਆਪਾਂ ਕੈਨੇਡਾ 'ਚ ਮੁੜ ਕੇ ਆਈਏ ਤਾਂ 1,20,000-22,000 ਦੇ ਲੱਗੇ ਕੇਸਿਸ ਹੈਗੇ, 9,000 ਮੌਤਾਂ ਹੋਈਆਂ। ਲੇਕਿਨ ਕੇਸਿਸ ਜਿਹੜੇ ਅੱਜ ਤੋਂ 3-4 ਹਫ਼ਤੇ ਪਹਿਲਾਂ ਥੱਲੇ ਸੀ, ਲਗਾਤਾਰ ਹਰ ਪ੍ਰੋਵਿੰਸ 'ਚ ਥੋੜ੍ਹਾ ਵੱਧ ਰਿਹਾ, ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ ਔਰ ਐਲਬਰਟਾ ਇਹਦੇ ਵਿੱਚ ਜ਼ਿਆਦਾ ਮਾਤਰਾ 'ਚ ਆ। ਹੁਣ ਇਹਦੀ ਮੇਨ ਰੀਜ਼ਨ ਜਿਹੜੀ ਹੁਣ ਲੱਭ ਰਿਹਾ ਸੀ ਉਹ ਹੈਗਾ 19 ਸਾਲ ਤੋਂ 39 ਸਾਲ ਦੇ ਯੂਥ ਦੇ ਵਿੱਚ ਜ਼ਿਆਦਾ ਵਾਇਰਸ ਪਾਇਆ ਜਾ ਰਿਹਾ। ਉਹਦੇ ਮੇਨ ਰੀਜ਼ਨ ਇਹ ਆ ਵੀ ਉਹ ਬੱਸ ਪਾਰਟੀਆਂ ਕਰ ਰਹੇ ਆ, ਬੀਚਿਸ ਦੇ ਉੱਤੇ ਪਾਰਟੀਆਂ ਕਰ ਰਹੇ, ਨੇੜਤਾ ਹੈਗੀ ਆ, ਮਾਸਕ ਨਹੀਂ ਲਾਉਂਦੇ, ਹਾਰਮੋਨਸ ਉਹਨਾਂ ਦੇ ਬੜੇ ਐਗਰੈਸਿਵ ਹੈਗੇ ਆ, ਉਹ ਪਰਵਾਹ ਨਹੀਂ ਕਰ ਰਹੇ। ਨਾਲੇ ਉਹ ਸੋਚਦੇ ਆ ਅਸੀਂ ਜਵਾਨ ਆ, ਵੀ ਸਾਨੂੰ ਅਗਰ ਕੋਵਿਡ ਹੋ ਗਿਆ ਸਾਨੂੰ ਕੁਝ ਨਹੀਂ ਕਰਨਾ। ਅਸੀਂ ਮੰਨਦੇ ਹਾਂ ਵੀ ਜਿਹੜੀ ਕਰੀਬਨ 90% ਮੌਤਾਂ ਕੈਨੇਡਾ 'ਚ ਹੋਈਆਂ ਪਹਿਲੋਂ ਜਿਹੜਾ ਉਹ ਮਤਲਬ 60+ ਏਜ ਗਰੁੱਪ 'ਚ ਸੀ। ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਟਰਬਲ ਨਹੀਂ ਆਉਗੀ। ਯੂਥ ਵੀ ਐਡਮਿਟ ਹੋ ਸਕਦਾ, ਯੂਥ ਵੀ ਆਈਸੀਯੂ 'ਚ ਜਾ ਸਕਦਾ, ਯੂਥ ਵੀ ਵੈਂਟੀਲੇਟਰ 'ਤੇ ਜਾ ਸਕਦਾ, ਔਰ ਯੂਥ ਦੀ ਮੌਤ ਵੀ ਹੋ ਸਕਦੀ ਔਰ ਹੋਈਆਂ। ਸੋ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹਦੀ ਵਾਰੀ ਆਉਣੀ ਹੈ। ਇਸ ਲਈ ਪਹਿਲੀ ਗੱਲ ਤਾਂ ਹੈਗੀ ਹੈ ਵੀ ਆਪਾਂ ਸੇਫਟੀ ਪੂਰੀ ਵਰਤਣੀ ਹੈ। ਦੇਖੋ ਅਸੀਂ ਆਲਰੇਡੀ ਇੱਕ ਮਾਡਲ ਕ੍ਰੀਏਟ ਕੀਤਾ ਸੀ BC 'ਚ ਵੀ ਅਸੀਂ 6-8 ਫੁੱਟ ਦੀ ਦੂਰੀ 'ਚ ਰਹਿਣਾ, ਮਾਸਕ ਪਾਉਣਾ, ਜਦੋਂ ਸੰਘਣੀ ਗੈਦਰਿੰਗ ਜਾਂਦੇ ਹਾਂ ਹੱਥ ਧੋਨੇ ਆ, ਪਾਰਟੀਆਂ ਨਹੀਂ ਕਰਨੀਆਂ, ਆਪਾਂ ਮਤਲਬ ਬਹੁਤਾ ਘਰੇ ਰਹਿਣਾ, ਲੱਗੇ ਚਾਗੇ ਕਰਦੇ। ਤੇ ਉਹ ਬਹੁਤ ਸਾਰਾ ਉਹਦੇ ਨਾਲ ਸਾਨੂੰ ਸਕਸੈਸ ਮਿਲਿਆ ਸੀ ਵੀ ਵਾਇਰਸ ਦੀ ਜਿਹੜੀ ਦਰ 10 ਤੋਂ ਥੱਲੇ ਚਲੀ ਗਈ ਸੀ। ਕਈ ਦਿਨ 4, ਕਈ ਦਿਨ 5, ਕਈ ਦਿਨ 8 ਹੁੰਦੇ ਸੀ। ਲੇਕਿਨ ਉਹ ਲਗਾਤਾਰ ਪਿਛਲੇ 2-3 ਹਫ਼ਤਿਆਂ ਤੋਂ 60 ਤੋਂ 100 ਦੇ ਰੇਂਜ 'ਚ ਆ ਰਹੇ ਆ। ਹੁਣ ਜਿਹੜੀ ਦੂਜੀ ਟਰਬਲ ਖੜੀ ਹੋ ਗਈ ਆ ਵੀ ਹਸਪੀਟਲ ਦੀ ਦਰ ਘਟ ਰਹੀ ਸੀ, ਉਹ ਵੀ ਹੁਣ 10 ਕੇਸਿਸ ਹੋ ਗਏ ਹਸਪੀਟਲ 'ਚ ਵੀ, ਉਹ ਵੀ ਵਧੇ। ਔਰ ਉਹਦੇ ਵਿੱਚ ਪੂਰੇ BC 'ਚ 10 ਹੋਏ, PC 'ਚ 10 ਹਸਪੀਟਲ 'ਚ ਐਡਮਿਟ ਹੈ। ਦੂਜੇ ਪ੍ਰੋਵਿੰਸ 'ਚ ਵੀ ਹਸਪੀਟਲਾਈਜੇਸ਼ਨ ਵੱਧ ਰਹੀ ਆ। ਅੱਛਾ ਜੀ। ਹੁਣ ਇਹ ਆਪਾਂ ਮਤ ਸੋਚੇ ਵੀ ਵਾਇਰਸ ਦੌੜ ਗਿਆ, ਵਾਇਰਸ ਤਾਂ ਹੈਗਾ ਕਮਿਊਨਿਟੀ 'ਚ, ਔਰ ਕਿਸੇ ਨੂੰ ਨਹੀਂ ਪਤਾ ਲੱਗਣਾ ਪਹਿਲੇ ਕੁਝ ਦਿਨਾਂ ਦੇ ਵਿੱਚ। ਜਦੋਂ ਉਹ ਏਸਿਮਟੋਮੈਟਿਕ ਹੁੰਦਾ ਉਹਦੇ ਬਾਅਦ ਲੱਛਣ ਹੋ ਸਕਦੇ ਆ, ਤਦ ਤੱਕ ਕਾਫੀ ਸਪਰੈਡ ਹੋ ਚੁੱਕਿਆ ਹੁੰਦਾ। ਜਿਹੜਾ ਕਲੋਨਾ ਦੇ ਵਿੱਚ ਫੁਹਾਰ ਆਇਆ ਸੀ 3-4 ਹਫ਼ਤੇ ਪਹਿਲਾਂ, ਉਹਦੇ ਕੰਟੈਕਟ ਟ੍ਰੇਸਿੰਗ ਕਰਕੇ ਬਹੁਤ ਸਾਰੇ 1000 ਤੋਂ ਜ਼ਿਆਦਾ ਲੋਕੀ ਉਹਨਾਂ ਨੇ ਕੁਆਰੰਟਾਈਨ ਕੀਤੇ। ਆਈਲੈਂਡ ਦੇ ਉੱਤੇ ਵੀ ਜਿਹੜਾ ਹੈਗਾ ਇੱਕ ਨਵਾਂ ਵੇਵ ਵੈਂਕੂਵਰ ਆਈਲੈਂਡ ਦੇ ਉੱਤੇ ਵੀ ਉਹ ਚੈੱਕ ਕਰ ਰਹੇ ਆ, ਜ਼ਿਆਦਾ ਨੰਬਰ ਪਾਏ ਜਾ ਰਹੇ। ਔਰ ਲੋਅਰ ਮੇਨਲੈਂਡ ਮੇਰੀ ਮੁਰਾਦ ਸੀ ਸਰੀ ਵੈਂਕੂਵਰ ਏਰੀਆ ਦੇ ਵਿੱਚ। ਜਦੋਂ ਤੁਸੀਂ ਅਪ ਨਾਰਥ ਜਾਂਦੇ ਜਿੱਥੇ ਛੋਟੇ ਪਿੰਡ ਆ ਕਮਿਊਨਿਟੀਜ਼, ਉੱਥੇ ਵਾਇਰਸ ਬਹੁਤ ਘੱਟ ਹੈ ਜਾਂ ਹੈਗਾ ਹੀ ਨਹੀਂ ਹੈ ਨਾ, ਕਿਉਂਕਿ ਉੱਥੇ ਆਵਾਜਾਈ ਨਹੀਂ ਹੁੰਦੀ ਜੀ। ਐਲਬਰਟਾ 'ਚ ਵੀ ਅਗੇਨ ਟੂਰਿਜ਼ਮ ਦੇਖੋ, ਕਿਉਂਕਿ ਜਿਹੜਾ ਬੈਂਫ ਆ ਔਰ ਉਹ ਲੇਕ ਲੂਇਸ ਏਰੀਆ ਟੂਰਿਸਟ ਹੌਟਸਪੌਟ ਹੈ। ਸੋ ਲੋਕੀ ਟਰੈਵਲਿੰਗ ਬਹੁਤ ਕਰ ਰਹੇ ਆ। ਲੋਕੀ ਕਹਿੰਦੇ ਵੀ ਸਮਰ ਤਾਂ ਮਨਾਉਣੀ ਆਪਾਂ ਜੋ ਮਰਜ਼ੀ ਹੋਏ। ਲੇਕਿਨ ਮੈਂ ਇੱਥੇ ਇੱਕ ਬੇਨਤੀ ਕਰੂੰਗਾ ਵੀ ਇੱਕ ਸਮਰ ਜਿਹੜੀ ਹੈਗੀ ਆ ਉਹ ਨਾ ਮਨਾਓ, ਕੋਈ ਹਰਜ ਨਹੀਂ ਹੈਗਾ। ਲੇਕਿਨ ਅਗਰ ਤੁਹਾਡੀ ਜਾਨ ਨੂੰ ਕੋਈ ਖਤਰਾ ਹੋ ਗਿਆ ਉਹ ਦੁਬਾਰਾ ਨਹੀਂ ਮਿਲਣੀ, ਕਿਉਂਕਿ ਅਗਰ ਤੁਸੀਂ ਹਸਪੀਟਲ ਐਡਮਿਟਡ ਹੈਗੇ ਆ, ਵੈਂਟੀਲੇਟਰ 'ਚ ਹੈਗੇ ਆ, ਫਿਰ ਵੀ ਰਿਸਕ ਤਾਂ ਹੈਗਾ ਹੈ ਨਾ ਵੀ ਜਾਨ ਤੁਹਾਡੀ ਖੋ ਸਕਦੀ ਆ। ਇਸ ਲਈ ਥੋੜ੍ਹੇ ਸੱਭਿਅ ਹੋ ਜਾਈਏ, ਆਪਾਂ ਜਿਹੜੇ ਪਹਿਲੋਂ ਚੀਜ਼ਾਂ ਕਰਦੇ ਸੀ ਉਹ ਕਰੀਏ। ਵੈਕਸੀਨੇਸ਼ਨ ਦੇ ਤੌਰ ਦੇ ਉੱਤੇ ਇੱਦਾਂ ਲੱਗ ਰਿਹਾ ਵੀ ਕਾਫੀ ਪ੍ਰੋਗਰੈਸ ਹੋ ਰਹੀ ਆ। ਜਿਹੜੀ ਮੋਡਰਨਾ ਆ ਉਹ ਜਿਹੜੀ ਪੋਪੂਲੇਸ਼ਨ ਹੁੰਦੀ ਹੈ ਨਾ ਉਹਨੂੰ ਰਿਪਰੈਜ਼ੈਂਟ ਕਰਦੀ ਹੈ ਵੈਕਸੀਨ, ਬਟ ਉਹਨਾਂ ਨੂੰ ਲੈਟੀਨੋ ਅਤੇ ਜਿਹੜੇ ਬਲੈਕ ਆ ਉਹਨੂੰ ਰਿਕਰੂਟ ਕਰਨ 'ਚ, ਕਿਉਂਕਿ 18% ਅਮਰੀਕਾ ਲੈਟੀਨੋ ਔਰ ਬਲੈਕ ਹੈਗੀ ਆ, ਉਹਨੂੰ ਥੋੜ੍ਹੀ ਡਿਫਿਕਲਟੀ ਆ ਰਹੀ। ਇਸ ਲਈ ਮੋਡਰਨਾ ਕਹਿ ਰਹੀ ਹੈ ਸ਼ਾਇਦ ਦਸੰਬਰ-ਜਨਵਰੀ 'ਚ ਹੁਣ ਚਲੇ ਜਾਣਾ ਜਿਹੜਾ ਵੈਕਸੀਨ ਉਹਨਾਂ ਦਾ ਹੋਣਾ। ਸਭ ਤੋਂ ਪਹਿਲਾਂ ਮੋਡਰਨਾ ਦਾ ਹੀ ਹੋਣਾ ਜਿਹਨੇ ਸਾਰੀ ਕਲੀਨਿਕਲ ਟਰਾਇਲ। ਦੂਜਾ ਜਿਹੜਾ ਹੈਗਾ ਆਕਸਫੋਰਡ ਦਾ ਜਿਹੜਾ ਐਸਟਰਾਜ਼ੈਨੇਕਾ ਦੇ ਨਾਲ ਹੈਗਾ। ਰਸ਼ੀਆ ਨੇ ਜ਼ਰੂਰ ਸਪਿਨ ਕੀਤਾ ਸੀ ਬਾਲ ਪਿਛਲੇ ਹਫ਼ਤੇ ਵੀ ਅਸੀਂ ਵੈਕਸੀਨ ਕੱਢ ਦਿੱਤਾ, ਲੇਕਿਨ ਉਹਨਾਂ ਦੀ ਫੇਜ਼ 3 ਟਰਾਇਲ ਤਾਂ ਸ਼ੁਰੂ ਵੀ ਨਹੀਂ ਹੋਈ ਅਜੇ, ਹੈ ਨਾ। ਸੋ ਬਿਨਾਂ ਪ੍ਰੋਪਰ ਟਰਾਇਲ ਕੀਤੇ ਮਾਰਕੀਟ 'ਚ ਵੈਕਸੀਨ ਲਾਉਣਾ ਉਹ ਵੀ ਠੀਕ ਨਹੀਂ ਹੈਗਾ, ਕਿਉਂਕਿ ਸਾਨੂੰ ਨਹੀਂ ਪਤਾ ਉਹਨੇ ਕੰਮ ਕਰਨਾ ਕਿ ਨਹੀਂ ਕਰਨਾ, ਉਹਦੇ ਸਾਈਡ ਇਫੈਕਟ ਕੀ ਹੋਣਗੇ ਵਗੈਰਾ ਵਗੈਰਾ। ਜਦੋਂ ਕੈਨੇਡਾ 'ਚ ਸਰਵੇਖਣ ਲਿੱਤਾ 32% ਕੈਨੇਡੀਅਨ ਕਹਿੰਦੇ ਵੀ ਅਸੀਂ ਵੈਕਸੀਨ ਨਹੀਂ ਲਾਉਣਾ, ਭਾਵੇਂ ਤੁਹਾਡਾ ਵੈਕਸੀਨ ਪੂਰੇ ਪ੍ਰੋਟੋਕੋਲ ਟਰਾਇਲਸ ਤੋਂ ਲੰਘਿਆ ਹੋਇਆ, ਉਹਨਾਂ ਨੂੰ ਡਰ ਹੈਗਾ। ਔਰ ਸੁਭਾਵਿਕ ਹੈਗਾ ਵੀ ਲੋਕੀ ਡਰੇ ਆ ਵੀ ਨਵੀਂ ਚੀਜ਼ ਹੈ, ਪਤਾ ਨਹੀਂ ਕੀ ਕਰੂਗੀ, ਕਿਉਂਕਿ ਲੌਂਗ ਟਰਮ ਤਾਂ ਕਿਸੇ ਨੂੰ ਨਹੀਂ ਪਤਾ, ਹੈ ਨਾ। ਲੇਕਿਨ ਅਗਰ ਆਪਾਂ ਦੇਖੀਏ, ਅਗਰ 70% ਵੀ ਇਮਿਊਨ ਹੋ ਜਾਣ, ਨੈਚੁਰਲੀ ਹੋ ਜਾਣ ਜਾਂ ਵੈਕਸੀਨ ਦੇ ਨਾਲ, ਤਾਂ ਉਹਨੂੰ ਕਹਿੰਦੇ ਹਰਡ ਇਮਿਊਨਿਟੀ, ਅਤੇ ਉਹਦੇ ਨਾਲ ਹੌਲੀ 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 ਵਾਇਰਸ ਜਿਹੜਾ ਹੈਗਾ ਉਹ 1 ਤੋਂ 2 ਤੋਂ ਫੈਲਣਾ ਘੱਟ ਜਾਂਦਾ ਅਤੇ ਡਾਈ ਡਾਊਨ ਹੁੰਦਾ। ਸੋ ਈਦਰ ਵੇ ਸਾਨੂੰ ਸਕਸੈਸ ਤਾਂ ਮਿਲੂਗੀ। ਬਿਲ ਗੇਟਸ ਕਹਿੰਦੇ ਆ ਵੀ ਹੋ ਸਕਦਾ 2021 ਦੇ ਐਂਡ ਤੱਕ ਅਸੀਂ ਸੁਰਖਰੂ ਹੋ ਜਾਈਏ, ਕਰੀਬਨ ਸਾਲ ਸਵਾ ਸਾਲ ਹੋਣ ਤੋਂ।
ਲੇਕਿਨ ਕੋਈ ਵੀ ਇਹ ਪ੍ਰਿਡਿਕਟ ਨਹੀਂ ਕਰ ਸਕਦਾ। ਡਾਕਟਰ ਥਰੀਸਾ ਟੈਮ ਜਿਹੜੇ ਸਾਡੇ ਫੈਡਰਲ ਚੀਫ ਮੈਡੀਕਲ ਆਫਿਸਰ ਉਹ ਕਹਿੰਦੇ ਜਿਹੜੇ ਸੈਕੰਡ ਵੇਵ ਹੋਣੀ ਆ ਉਹ ਜ਼ਿਆਦਾ ਘਾਤਕ ਹੋਊਗੀ। ਸਾਡੇ BC ਦੇ ਬੌਨੀ ਹੈਨਰੀ ਜੀ ਉਹ ਕਹਿ ਰਹੇ ਆ ਉਹ ਵੀ ਸੈਕੰਡ ਵੇਵ ਦੀ ਡਰ, ਕਿਉਂਕਿ ਜਿਹੜਾ ਸੈਕੰਡ ਵੇਵ ਦੇ ਦੌਰਾਨ ਲਾਕਡਾਊਨ ਨਹੀਂ ਹੋਣਾ। ਜਦੋਂ ਪਹਿਲਾਂ ਵੀ ਲਾਕਡਾਊਨ ਕੀਤਾ ਸੀ ਉਹ ਡਰ ਸੀ ਵੀ ਕਿਤੇ ਹਸਪੀਟਲ ਦੇ ਬੈੱਡ ਘੱਟ ਨਾ ਪੈ ਜਾਣ, ਵੈਂਟੀਲੇਟਰ ਘੱਟ ਨਾ ਪੈ ਜਾਣ, ਜਨਤਾ ਜਿਹੜੀ ਜ਼ਿਆਦਾ ਨਾ ਹਸਪੀਟਲ 'ਚ ਕਰਾਊਡ ਹੋਏ। ਲੇਕਿਨ ਅਗਰ ਆਪਾਂ ਦੇਖੀਏ 200-250 ਤੋਂ ਜ਼ਿਆਦਾ ਹਸਪੀਟਲ ਦੇ ਕਦੀ ਵੀ ਨਹੀਂ ਐਡਮਿਟਡ ਸੀ BC 'ਚ, ਔਰ ਅਗਰ BC 'ਚ ਦੇਖੀਏ ਤਾਂ 6000 ਹਸਪੀਟਲ ਬੈੱਡ ਹੈਗਾ, ਔਰ ਸਾਡੇ ਕੋਲ ਵੈਂਟੀਲੇਟਰ ਕਰੀਬਨ 4700 ਤੋਂ ਜ਼ਿਆਦਾ ਵੈਂਟੀਲੇਟਰ ਹੈਗੇ ਆ। ਵੈਂਟੀਲੇਟਰ ਦੀ ਵੀ ਆਰਡਰ ਦਿੱਤੀ ਹੋਈ ਹੈ ਹੈਲਥ ਕੈਨੇਡਾ ਨੇ, ਕੁਛ ਬਣ ਕੇ ਆਇਆ, ਕੁਛ ਆ ਜਾਣਗੇ ਕੁਛ ਮਹੀਨਿਆਂ 'ਚ। ਉਹਦੇ ਵਿੱਚ ਵੀ ਨੁਕਤਾਚੀਨੀ ਚੱਲ ਰਹੀ ਆ। ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਮੈਡੀਕੌਨ ਕੰਪਨੀ ਹੈਗੀ ਕਿਊਬੈਕ ਦੀ, ਉਹਨੂੰ ਦਿੱਤਾ ਸੀ 380 ਕਿ 82 ਮਿਲੀਅਨ ਦਾ। ਉਹਦੀ ਤਾਂ ਅਜੇ ਤੱਕ ਫੈਕਟਰੀ ਵੀ ਨਹੀਂ ਜਿਹੜੀ ਉਸਾਰੀ ਹੋਈ ਆ, ਤੇ ਕਿੱਥੋਂ ਬੰਨੇ ਹੈ ਨਾ। ਉਹਨਾਂ ਟਾਈਮ ਤੱਕ ਅਸੀਂ ਇੰਪੋਰਟ ਕਰ ਰਹੇ ਹਾਂ ਜਿਹੜੀ ਵੀ ਕੰਟਰੀ ਤੋਂ ਅੱਛੇ ਮਿਲਦੇ ਆ। ਲੇਕਿਨ ਇਹੀ ਮੈਂ ਕਹਿ ਰਿਹਾ ਵੀ ਕੋਵਿਡ ਗਿਆ ਨਹੀਂ ਕਿੱਥੇ। ਅਸੀਂ ਆਪਣੇ ਸੁਭਾਅ ਨੂੰ ਕੰਟਰੋਲ ਰੱਖੀਏ, ਨਾ ਪਾਰਟੀਆਂ ਕਰੀਏ, ਨਾ ਸੰਘਣੀ ਗੈਦਰਿੰਗ 'ਚ ਜਾਈਏ, ਹੈਂਡ ਵਾਸ਼ਿੰਗ ਰੱਖੀਏ, ਮਾਸਕ ਜ਼ਰੂਰ ਪਾਈਏ ਜਦੋਂ ਬਾਹਰ ਜਾਂਦੇ ਆ, ਔਰ ਫਿਜ਼ੀਕਲ ਡਿਸਟੈਂਸ ਰੱਖੀਏ। ਡਾਕਟਰ ਸਾਹਿਬ ਵੈਕਸੀਨ ਦੇ ਬਾਰੇ ਹੁਣ ਜਿਹੜੀ ਰਸ਼ੀਆ ਕਹਿੰਦਾ ਵੀ ਸਤੰਬਰ ਉਹਨਾਂ ਨੇ ਕਹਤੀ, ਉਹਨੇ ਵਲਾਦੀਮੀਰ ਪੁਤਿਨ ਨੇ ਕਿਹਾ ਵੀ ਮੈਂ ਆਪਣੀ ਬੇਟੀ ਨੂੰ ਵੀ ਲਾ ਦਿੱਤੀ ਹੈ ਵੈਕਸੀਨ, ਵੀ ਕੋਈ ਚੱਕਰ ਨਹੀਂ, ਇਹ ਠੀਕ ਹੈ। ਹੁਣ ਇਸ ਗੱਲ ਦਾ ਕੀ ਪ੍ਰਮਾਣ ਆ ਵੀ ਉਹ ਠੀਕ ਨਹੀਂ ਆ, ਜਦੋਂ ਉਹ ਕਹਿੰਦੇ ਅਸੀਂ ਠੀਕ ਆ, ਸਾਰੇ ਲੋਕਾਂ ਨੂੰ ਲਾ ਹੀ ਦੇਣੀ ਹੈ ਉਹਨਾਂ ਨੇ? ਤੇ ਇਸ ਗੱਲ ਦਾ ਫੈਸਲਾ ਕੌਣ ਕਰੂਗਾ ਜੀ? WHO ਕਰੂਗਾ? WHO ਨੂੰ ਅਮਰੀਕਾ ਨਹੀਂ ਮੰਨਦਾ। ਪ੍ਰੋਬਲਮ ਪਤਾ ਕੀ ਖੜੀ ਹੋਈ ਹੈ ਜਸਕਰਨ ਜੀ, ਜਿਵੇਂ ਹੁਣ ਜਿਹੜੀ ਮੋਡਰਨਾ ਦੀ ਸੀ ਔਰ ਆਕਸਫੋਰਡ ਦੀ ਸੀ, ਉਹਨਾਂ ਦੀ ਫੇਜ਼ 1 ਔਰ 2 ਟਰਾਇਲ ਬੜੇ ਮੁਕੰਮਲ ਸੀ। ਲੇਕਿਨ ਫੇਜ਼ 3 ਟਰਾਇਲ 'ਚ 30 ਤੋਂ 50,000 ਦੇ ਉੱਤੇ, 30,000 ਹੈਗੀ ਮੋਡਰਨਾ, 50,000 ਜਿਹੜੀ ਹੈਗੀ ਆਕਸਫੋਰਡ ਵਾਲੇ ਕਹਿੰਦੇ ਬਾਸ਼ਿੰਦਿਆਂ ਦੇ ਉੱਤੇ ਅਸੀਂ ਲਾਉਣੇ ਆ। ਡਿਫਰੈਂਟ ਐਥਨਿਕ ਬੈਕਗਰਾਊਂਡ, ਡਿਫਰੈਂਟ ਏਜ, ਡਿਫਰੈਂਟ ਹੈਲਥ ਕੰਡੀਸ਼ਨਸ ਤੇ, ਹੈ ਨਾ ਜੀ। ਉਹ ਪ੍ਰੋਪਰ ਹੁੰਦਾ ਪ੍ਰੋਟੋਕੋਲ, ਜਿਸ ਤਰੀਕੇ ਦੇ ਨਾਲ ਅਸੀਂ ਚੱਲਣਾ, ਹੈ ਨਾ। ਹੋ ਸਕਦਾ ਉਹਦੇ ਬਾਅਦ ਸ਼ਾਇਦ ਸਕਸੈਸ ਮਿਲੇ, ਨਾ ਵੀ ਮਿਲੇ। ਲੇਕਿਨ ਅਗਰ 1 ਜਾਂ 2 ਟਰਾਇਲਸ ਤੋਂ ਬਾਅਦ ਫੇਜ਼ 3 ਟਰਾਇਲ ਪੂਰੀ ਨਹੀਂ ਹੋਈ ਜਿੱਦਾਂ ਰਸ਼ੀਆ ਦੀ, ਔਰ ਤੁਸੀਂ ਮਾਰਕੀਟ 'ਚ ਲੈ ਆਉਂਦੀ ਵੀ ਨਹੀਂ ਸਾਡੀ ਵੈਕਸੀਨ ਠੀਕ ਹੈਗੀ ਆ, ਉਹ ਵੀ ਇੱਕ ਗਲਤ ਸੰਦੇਸ਼ ਹੈਗਾ। ਕਿਉਂਕਿ ਵਰਲਡ ਦੇ ਸਾਰੇ ਮਾਹਿਰ ਆ, ਅਮਰੀਕਾ ਦੇ, ਸਪੇਨ ਦੇ, ਜਰਮਨੀ ਦੇ, ਔਰ ਕੈਨੇਡਾ ਦੇ, ਆਸਟ੍ਰੇਲੀਆ ਦੇ, ਉਹਨਾਂ ਨੇ ਇਹਦੀ ਨਿਖੇਧੀ ਕੀਤੀ ਆ ਵੀ ਇਹ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਚੱਲ ਰਿਹਾ। ਔਰ ਟ੍ਰੈਡੀਸ਼ਨਲੀ ਅਗਰ ਆਪਾਂ ਦੇਖਾਂਗੇ ਨਾ ਵੈਕਸੀਨ, ਉਹਨੂੰ ਘੱਟ ਤੋਂ ਘੱਟ 5 ਸਾਲ ਲੱਗਦੇ ਆ। ਪੋਲੀਓ ਦੀ ਵੈਕਸੀਨ ਨੂੰ 40 ਸਾਲ ਲੱਗੇ ਸੀ, ਏਡਸ ਦੀ ਵੈਕਸੀਨ 40 ਸਾਲ ਹੋ ਗਏ, ਅਜੇ ਤੱਕ ਬਣੀ ਨਹੀਂ। ਸੋ ਇਹ ਵੈਕਸੀਨ ਦਾ ਜਿਹੜਾ ਹੈਗਾ ਨਾ ਕਾੜੀ ਦਾ ਮਾਮਲਾ, ਉਹ ਵੀ ਸਰੀਰ ਨੂੰ ਹੋ ਸਕਦਾ ਕੋਈ ਸਾਈਡ ਇਫੈਕਟ ਵੀ ਦੇਵੇ, ਹੈ ਨਾ, ਕਿਉਂਕਿ ਇਹ ਸਾਰੀ ਜੈਨੇਟਿਕਲੀ ਇੰਜੀਨੀਅਰਡ ਮੈਕੈਨਿਜ਼ਮ ਦੇ ਨਾਲ ਚੱਲਦੀ ਹੈ। ਔਰ ਬੋਡੀ ਠੀਕ ਹੈ, ਐਂਟੀਬੋਡੀਜ਼ ਤਾਂ ਬਣਾ ਰਹੀ ਆ, ਬਟ ਉਹ ਜਿਹੜਾ ਹੁਣ ਵੈਕਸੀਨ ਦਾ ਮਟੀਰੀਅਲ ਪਾਇਆ ਉਹ ਹੋਰ ਕੀ ਤਰਤੱਲੀ ਮਚਾਊਗਾ ਕਿਸੇ ਨੂੰ ਨਹੀਂ ਪਤਾ। ਜੋ ਅਜੇ ਸਾਈਡ ਇਫੈਕਟਸ ਜਿਹੜੇ ਹੈਗੇ ਠੀਕ ਹੈ, ਮੰਨਦੇ ਆ, ਉੱਥੇ ਦਰਦ ਹੁੰਦੀ ਆ, ਲਾਲੀ ਹੁੰਦੀ ਆ, ਬੁਖਾਰ ਹੁੰਦਾ, ਕਾਂਬਾ ਚੜ੍ਹਦਾ, ਉਹ ਤਾਂ ਸਾਰਿਆਂ ਦੇ ਨਾਲ ਹੁੰਦਾ, ਕੋਈ ਵੀ ਇੰਜੈਕਸ਼ਨ ਲਾਈਏ ਵੈਕਸੀਨ ਦਾ। ਬਟ ਲੌਂਗ ਟਰਮ ਇਹਦਾ ਕੀ ਆ ਕਿਸੇ ਨੂੰ ਨਹੀਂ ਪਤਾ। ਇਸ ਲਈ ਆਪਾਂ ਨੂੰ ਪ੍ਰੋਪਰ ਟਰਾਇਲਸ, ਔਰ ਹੈਲਥ ਕੈਨੇਡਾ ਨੇ ਮੋਡਰਨਾ ਦੇ ਨਾਲ ਜਿਹੜੀ ਹੈਗੀ ਆ ਸੰਧੀ ਕੀਤੀ ਹੋਈ ਆ, 70 ਮਿਲੀਅਨ ਉਹਨਾਂ ਨੇ ਸਿਰਿੰਜਸ, ਅਲਕੋਹਲ ਸੌਪ ਤੇ ਬੈਂਡੇਜਸ ਵੀ ਆਰਡਰ ਕੀਤੀਆਂ। ਸੋ ਇਹ ਤੋਂ ਜ਼ਾਹਿਰ ਹੁੰਦਾ ਵੀ ਕਰੀਬਨ 2 ਡੋਜ਼ ਲੱਗਣਗੇ, ਇੱਦਾਂ ਹੀ ਸਾਨੂੰ ਪ੍ਰਤੀਕ ਹੋ ਰਿਹਾ। ਡਾਕਟਰ ਸਾਹਿਬ ਹੁਣ ਦੂਜੇ ਜਿਹੜੀ ਵੇਵ ਆ ਉਹਦੇ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਕਿ ਕੇਸ ਵਧਣੇ ਸ਼ੁਰੂ ਹੋ ਗਏ ਆ। 100 ਸਾਲ ਪਹਿਲਾਂ ਜਿਹੜੀ ਪੈਂਡੈਮਿਕ ਆਈ ਸੀ ਉਹਦੇ ਵਾਂਗੂ ਕਹਿੰਦੇ ਉਹਦੇ 'ਚ ਵੀ ਦੂਜੀ ਵਾਰੀ ਜਿਹੜੀ ਆਈ ਸੀ ਉਹਨੇ ਜ਼ਿਆਦਾ ਨੁਕਸਾਨ ਕੀਤਾ। ਹੁਣ ਇਹ ਤੋਂ ਵੀ ਭਿਆਨਕ ਸਮਾਂ ਆਉਣ ਵਾਲਾ ਵੀ ਫਿਰ ਦੁਬਾਰਾ ਜੇ ਬਿਮਾਰੀ ਵੱਧ ਗਈ ਤੇ ਪਹਿਲੇ ਨਾਲੋਂ ਵੀ ਜ਼ਿਆਦਾ ਵੱਧ ਗਈ, ਫਿਰ ਲਾਕਡਾਊਨ, ਸਾਰਾ ਕੁਝ ਬੰਦ, ਸਾਰਾ ਕੁਝ ਇੱਦਾਂ ਹੀ ਹੋਊਗਾ ਜਾਂ ਕੀ ਲੱਗਦਾ ਜੀ? ਦੇਖੋ ਇਸ ਵੇਲੇ ਨਾ ਸੰਸਾਰ ਦੇ ਵਿੱਚ ਲਾਕਡਾਊਨ ਦੇ ਹੱਕ 'ਚ ਬਹੁਤ ਘੱਟ ਵੋਟਾਂ ਪੈਣਗੀਆਂ, ਹੈ ਨਾ, ਕਿਉਂਕਿ ਲਾਕਡਾਊਨ ਮੰਨਦੇ ਆ ਵੀ ਆਪਾਂ ਕੇਸਿਸ ਜਿਹੜੇ ਆ ਵੀ ਹਸਪੀਟਲ 'ਚ ਕਰਾਊਡ ਨਾ ਹੋਣ। ਲੇਕਿਨ ਅਗਰ ਆਪਾਂ ਦੇਖੀਏ ਉਹਦੇ ਨਾਲ ਤੁਹਾਡੀ ਆਰਥਿਕਤਾ ਦੇ ਉੱਤੇ ਫਰਕ ਪੈਂਦਾ। ਹੁਣ ਸਾਡਾ ਜਿਹੜਾ ਡੈਫਿਸਿਟ ਦੇਖੋ ਕਿੰਨਾ ਵੱਧ ਗਿਆ, ਹੈ ਨਾ। ਅਮਰੀਕਾ ਦਾ ਦੇਖੋ, ਉਹ ਛੱਡੋ, ਜਿਹੜੀ ਮਾਨਸਿਕਤਾ ਹੈਗੀ ਆ ਵਿਅਕਤੀ ਦੀ, 47% ਕੈਨੇਡੀਅਨ ਐਂਗਜ਼ਾਈਟੀ ਔਰ ਡਿਪਰੈਸ਼ਨ ਕਹਿ ਰਹੇ ਵੀ ਸਾਨੂੰ ਹੋਇਆ। 25% ਅਮਰੀਕਾ ਦੀ ਆਡੀਅנס ਜਾਂ ਲੋਕੀ ਕਹਿੰਦੇ ਵੀ ਸਾਨੂੰ ਸੁਸਾਈਡ ਦੇ ਥਾਟ ਆਏ, ਖੁਆਬ ਆਇਆ। ਇਹ ਵੀ ਮਤਲਬ ਮਾਨਸਿਕਤਾ। ਕਰੀਬਨ 380 ਮਿਲੀਅਨ ਦੀ ਕੰਟਰੀ ਆ, ਤੇ ਉਹਦੇ ਵਿੱਚ ਕਰੀਬਨ 90 ਮਿਲੀਅਨ ਲੋਕੀ ਕਹਿੰਦੇ ਵੀ ਸਾਨੂੰ ਇਹ ਥਾਟ ਆਇਆ ਸੀ। ਸਾਡੀ ਕੰਟਰੀ ਤਾਂ ਸਿਰਫ 37 ਮਿਲੀਅਨ ਦੀ ਹੈਗੀ ਹੈ। ਸੋ ਇਹ ਸਾਰੀਆਂ ਚੀਜ਼ਾਂ ਅਫੈਕਟ ਕਰਦੀਆਂ, ਕਿਉਂਕਿ ਅਸੀਂ ਉਹ ਗਿੱਝੇ ਨਹੀਂ ਹੈਗੇ ਆ ਪਿੰਜਰੇ ਦੇ ਵਿੱਚ ਲਾਕਡਾਊਨ ਦੇ ਵਿੱਚ ਰਹਿਣ ਨੂੰ। ਸੋ ਸਟੇਜਡ ਲਾਕਡਾਊਨ ਹੋਊਗਾ, ਟੈਂਪਰਰੀ ਲਾਕਡਾਊਨ ਹੋਊਗਾ, ਕੁਛ ਏਰੀਆਜ਼ ਦਾ ਲਾਕਡਾਊਨ ਹੋਊਗਾ। ਲੇਕਿਨ ਅਗਰ ਆਪਾਂ ਜੋ ਪਹਿਲਾਂ ਕੀਤਾ ਸੀ ਕਰਦੇ ਰਹੀਏ,
ਇਹਨੂੰ ਲੋ ਗ੍ਰੇਡ 'ਚ ਰੱਖਾਂਗੇ। ਇੱਕ ਤਾਂ ਹੁੰਦਾ ਨਾ ਵੀ ਅੱਗ ਸੁਲਗ ਰਹੀ ਆ, ਭਾਂਬੜ ਫੈਲ ਰਹੇ ਆ, ਹੈ ਨਾ, ਉਹ ਤੇ ਅਸੀਂ ਅਪ੍ਰੈਲ ਦੇ ਵਿੱਚ ਜਦੋਂ ਇੱਥੇ ਬਹੁਤ ਸਾਰੇ ਕੇਸਿਸ ਹੋਏ। ਹੁਣ ਇੱਕ ਹੁੰਦਾ ਲੋ ਗ੍ਰੇਡ, ਅੱਗ ਸੁਲਗ ਰਹੀ ਆ, ਮਾੜਾ ਮਾੜਾ ਧੂੰਆਂ ਆ ਰਿਹਾ, ਬਟ ਉਸ ਹਿਸਾਬ ਨਾਲ ਹੀ ਚੱਲਦਾ ਰਿਹਾ ਤਾਂ ਠੀਕ ਆ ਵੀ ਕੇਸਿਸ ਵਧਣ ਨਾਲ। ਲੇਕਿਨ ਕੇਸਿਸ ਨੇ ਜ਼ੀਰੋ ਤੇ ਕਦੀ ਨਹੀਂ ਹੋਣਾ, ਮੈਂ ਇਹੀ ਕਹਿ ਦਿੰਦਾ। ਜ਼ੀਰੋ ਤਾਂ ਹੀ ਹੋਊਗਾ ਜਦ ਸਾਰਿਆਂ ਨੂੰ ਕੋਵਿਡ ਹੋ ਹਟਿਆ ਹੋਊਗਾ ਜਾਂ ਵੈਕਸੀਨ ਆਊਗੀ, ਔਰ ਉਹਨੂੰ ਅਜੇ ਸਮਾਂ ਸਾਲ ਵੀ ਲੱਗ ਸਕਦਾ, 2 ਵੀ ਲੱਗ ਸਕਦਾ, 3 ਵੀ ਲੱਗ ਸਕਦੇ ਆ। ਜਿਹੜੇ ਤੁਸੀਂ ਰੈਫਰੈਂਸ ਕਰ ਰਹੇ 100 ਸਾਲ ਪਹਿਲਾਂ ਆਇਆ ਸੀ ਉਹਨੂੰ ਕਹਿੰਦੇ ਸਪੈਨਿਸ਼ ਫਲੂ। ਉਹ ਇਨਫਲੂਐਂਜ਼ਾ ਦਾ ਸੀ ਤੇ ਧੱਕੇ ਦੇ ਨਾਲ ਸਪੈਨਿਸ਼ ਫਲੂ ਰੱਖਿਆ ਗਿਆ। ਜ਼ਰੂਰੀ ਨਹੀਂ ਵੀ ਉਹ ਸਪੇਨ ਤੋਂ ਸ਼ੁਰੂ ਹੋਇਆ ਸੀ, ਲੇਕਿਨ ਉੱਥੋਂ ਮਤਲਬ ਵਾਇਰਸ ਦੀ ਕਾਰਡ ਉਹਨਾਂ ਨੇ ਫੜੀ ਸੀ ਤੇ ਉਹਦਾ ਨਾਂ ਰੱਖਤਾ ਸਪੈਨਿਸ਼ ਫਲੂ। ਤੁਸੀਂ ਦੇਖੋ ਹੁਣ ਇਹ ਵੀ ਵੂਹਾਨ ਤੋਂ ਸ਼ੁਰੂ ਹੋਇਆ, ਪਹਿਲਾਂ ਇਹਦਾ ਨਾਂ ਵੂਹਾਨ ਵਾਇਰਸ ਰੱਖਿਆ ਸੀ, ਫਿਰ ਉਹਨਾਂ ਨੇ ਦੇਖਿਆ ਵੀ ਜਿਹੜੀ ਪਹਿਲੀ ਗਲਤੀ ਕੀਤੀ ਆਪਾਂ ਨਾ ਕਰੀਏ, ਇਹਦਾ ਨਾਂ ਕੋਵਿਡ ਨਹੀਂ ਰੱਖੀਏ, ਕਿਉਂਕਿ ਕਈ ਵਾਰ ਤੁਸੀਂ ਫਿਰ ਉਹ ਰੇਸਿਸਟ ਹੁੰਦਾ ਵੀ ਤੁਹਾਡੀ ਕੰਟਰੀ ਤੋਂ ਇਹ ਹੋਇਆ ਸੀ, ਹੈ ਨਾ, ਅਲਾਮੇ ਜਿਹੜੇ ਹੈਗੇ ਦਿੰਦੇ ਲੋਕੀ। ਸੋ ਉਹਦੇ ਵਿੱਚ ਪਹਿਲੀ ਵੇਵ ਦੇ ਵਿੱਚ ਲੋਕਾਂ ਨੂੰ ਬੜੀ ਸਕਸੈਸ ਮਿਲੀ, ਲੇਕਿਨ ਸੈਕੰਡ ਵੇਵ 'ਚ ਨਾ ਇੱਦਾਂ ਹੋਇਆ ਵੀ ਲੋਕਾਂ ਦਾ ਸੁਭਾਅ ਖੁੱਲ੍ਹ ਗਿਆ। ਉਹਨਾਂ ਨੇ ਕਿਹਾ ਵੀ ਬੱਲੇ 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 ਆਪਾਂ ਤਾਂ ਕਾਬੂ ਪਾ ਲਿਆ। ਤਾਂ ਉਦੋਂ ਜਿਹੜਾ ਹੈਗਾ ਜ਼ਿਆਦਾ ਨੁਕਸਾਨ ਹੋਇਆ ਸੀ। ਉਦੋਂ ਨੁਕਸਾਨ ਹੋਇਆ ਸੀ ਯੂਥ ਦਾ ਜ਼ਿਆਦਾ, ਜਵਾਨ ਲੋਕੀ ਜ਼ਿਆਦਾ ਮਰੇ ਸੀ। ਔਰ ਇਹ ਤੋਂ ਜ਼ਾਹਿਰ ਹੁੰਦਾ ਵੀ ਕਦੀ ਨਾ ਕਦੀ H ਔਰ N, ਜਿਹੜਾ H1N1 ਸੀ ਉਹ ਵਾਇਰਸ, ਲੇਕਿਨ H ਔਰ H2N3 ਵੀ ਕਹਿ ਸਕਦੇ ਆ, ਬਜ਼ੁਰਗਾਂ ਦਾ ਉਹਦੇ ਨਾਲ ਵਾਹ ਪਿਆ ਸੀ, ਇਸ ਲਈ ਬਜ਼ੁਰਗ ਘੱਟ ਮਰੇ ਸੀ ਉਦੋਂ। ਹੁਣ ਬਜ਼ੁਰਗ ਜ਼ਿਆਦਾ ਮਰੇ ਕੋਵਿਡ ਦੇ ਨਾਲ ਕਿਉਂਕਿ ਉਹਨਾਂ ਦੇ ਵਿੱਚ ਹੈਲਥ ਇਸ਼ੂਜ਼ ਹੈਗੇ ਆ, ਇਮਿਊਨਿਟੀ ਲੋ ਹੈਗੀ ਆ, ਹਾਰਟ ਪ੍ਰੋਬਲਮ ਹੈ, ਡਾਇਬਟੀਜ਼ ਆ, ਬਲੱਡ ਪ੍ਰੈਸ਼ਰ ਇਤਿਆਦਿ। ਦੋਸਤੋ ਮੈਂ ਇੱਕ ਗੱਲ ਹੋਰ ਇੱਥੇ ਤੁਹਾਨੂੰ ਦੱਸਣੀ ਚਾਹੁੰਦਾ ਕਿ ਅਸੀਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਹਾਂ। ਕੋਵਿਡ ਸੰਬੰਧੀ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਵੇ, ਤੁਸੀਂ ਸਾਨੂੰ ਫੇਸਬੁੱਕ 'ਤੇ ਥੱਲੇ ਇਸ ਵੇਲੇ ਜੇ ਕੋਈ ਦੇਖ ਰਹੇ ਹੋ ਤਾਂ ਲਿਖ ਸਕਦੇ ਹੋ। ਤੁਹਾਡਾ ਕੋਈ ਵੀ ਸਵਾਲ ਜਿਹੜਾ ਕੋਵਿਡ ਨਾਲ ਸੰਬੰਧਿਤ ਤੇ ਖਾਸ ਕਰ ਕੋਲੈਸਟਰੋਲ ਨਾਲ ਸੰਬੰਧਿਤ, ਅੱਜ 2 ਸਾਡੇ ਵਿਸ਼ੇ ਆ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਾਕਟਰ ਸਾਹਿਬ ਕੋਲੋਂ ਜਾਣਕਾਰੀ ਲਈਏ। ਫੇਸਬੁੱਕ ਦੇ ਉੱਤੇ ਅਸੀਂ ਇਸ ਵੇਲੇ ਲਾਈਵ ਤੁਸੀਂ ਸਾਨੂੰ ਦੇਖ ਰਹੇ ਹੋ। ਜੇ ਤੁਹਾਡਾ ਕੋਈ ਸਵਾਲ ਆ ਤਾਂ ਤੁਸੀਂ ਫੇਸਬੁੱਕ ਦੇ ਕਮੈਂਟ ਥੱਲੇ ਕਰ ਸਕਦੇ ਹੋ, ਆਪਣਾ ਸਵਾਲ ਪੁੱਛ ਸਕਦੇ ਹੋ। ਡਾਕਟਰ ਸਾਹਿਬ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫਲੂ ਹੁੰਦਾ ਉਹ ਵੀ ਕਾਫੀ ਹੋ ਜਾਂਦਾ, ਇਨਫਲੂਐਂਜ਼ਾ ਕੀ ਕਹਿੰਦੇ ਆ ਉਹਨੂੰ, ਉਹਦੀ ਵੈਕਸੀਨ ਵੀ ਲੱਗਦੀ ਹੈ ਜੀ ਜੀ। ਹੁਣ ਜਦੋਂ ਕੋਵਿਡ ਵਾਰੀ ਤਾਂ ਹਰ ਇੱਕ ਦਾ ਟੈਂਪਰੇਚਰ ਦੇਖਦੇ ਸੀ, ਵੀ ਸਟੋਰ ਵਾਲੇ ਵੀ ਕਈ ਇੱਥੇ ਉਹ ਲੈ ਕੇ ਬੈਠੇ, ਉਹ ਮਸ਼ੀਨ ਜੀ ਦੇ ਨਾਲ ਚੈੱਕ ਕਰ ਲੈਂਦੇ ਆ। ਇਹ ਹੁਣ ਮਿਕਸ ਹੋ ਜਾਊਗਾ ਸਾਰਾ ਕੁਝ, ਜਾਂ ਫਲੂ ਦੀ ਜਿਹੜੀ ਵੈਕਸੀਨ ਨਾਰਮਲ ਲੱਗਦੀ ਸੀ ਉਹ ਲਵਾ ਲੈਣੀ ਚਾਹੀਦੀ ਹੈ, ਜਾਂ ਜਿਹਨੂੰ ਫਲੂ ਹੋ ਗਿਆ ਜਾਂ ਨਜ਼ਲਾ ਜ਼ੁਕਾਮ ਆ ਉਹਨੂੰ ਕੋਵਿਡ ਹੋਣ ਦੇ ਚਾਂਸ ਜ਼ਿਆਦਾ ਹੈ? ਦੇਖੋ ਇਹ 2 ਡਿਫਰੈਂਟ ਵਾਇਰਸ ਹੈਗੇ ਆ, ਦੋਵੇਂ ਸਾਡੇ ਮੇਨਲੀ ਰੈਸਪੀਰੇਟਰੀ ਸਿਸਟਮ ਜਿਵੇਂ ਨੱਕ, ਗਲਾ, ਫੇਫੜੇ ਇਹਨੂੰ ਅਫੈਕਟ ਕਰਦੇ ਆ, ਬਟ ਦੋਵੇਂ ਕੋਈ ਵੀ ਆਰਗਨ ਦੇ ਉੱਤੇ ਘਾਤਕ ਹੋ ਸਕਦੇ ਆ। ਔਰ ਇਹ ਡਿਫਰੈਂਟ ਬਰੀਡ ਹੈਗੇ ਆ। ਜਿੱਦਾਂ ਹੁਣ ਰੈਸਪੀਰੇਟਰੀ ਵਾਇਰਸ 'ਚ ਇਨਫਲੂਐਂਜ਼ਾ, ਪੈਰਾ ਇਨਫਲੂਐਂਜ਼ਾ, ਐਡੀਨੋ ਆ, ਰਾਈਨੋ ਆ, RSV ਤੇ ਕਰੋਨਾ ਵਾਇਰਸ। ਸੋ ਇਹ ਦੋਵਾਂ ਨੂੰ 2 ਵਾਇਰਸ ਇਕੱਠੇ ਵੀ ਹੋ ਸਕਦੇ ਇੱਕ ਵਿਅਕਤੀ ਨੂੰ, ਅਗਰ ਇੱਕ ਹੋਇਆ ਤੇ ਦੂਜਾ ਵਾਇਰਸ ਜ਼ਿਆਦਾ, ਕਿਉਂਕਿ ਜਦੋਂ ਸਾਨੂੰ ਇਨਫੈਕਸ਼ਨ ਹੁੰਦਾ ਸਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਇੰਨਾ ਸਟਰੋਂਗ ਨਹੀਂ ਹੁੰਦਾ ਵੀ 2 ਚੀਜ਼ਾਂ ਦੇ ਨਾਲ ਲੜ ਸਕੇ। ਅਗਰ ਸਮਝੋ ਤੁਹਾਡਾ ਦੇਸ਼ ਦੋਵੇਂ ਪਾਸੇ ਤੁਹਾਡੇ ਦੁਸ਼ਮਣ ਹੈਗੇ ਆ, ਤੁਸੀਂ ਅੱਧੀ ਆਰਮੀ ਇੱਕ ਪਾਸੇ ਭੇਜੋਗੇ ਤੇ ਦੂਜੇ ਪਾਸੇ ਭੇਜੋਗੇ, ਹੈ ਨਾ। ਸੋ ਇਸ ਲਈ ਹੋ ਸਕਦਾ ਵੀ ਉਹ ਜ਼ਿਆਦਾ ਘਾਤਕ ਹੋਵੇ। ਇਸ ਲਈ ਡਾਕਟਰ ਬੌਨੀ ਹੈਨਰੀ, ਡਾਕਟਰ ਥੈਰੇਸਾ ਟੈਮ ਕਰ ਰਹੇ, ਕਿਉਂਕਿ ਫਲੂ ਦੇ ਤੇ ਆਉਣਾ ਹੀ ਆਉਣਾ, ਫਾਲਸ 'ਚ ਆਉਂਦਾ ਹੀ ਹੁੰਦਾ ਵੀ ਫਲੂ ਔਰ ਕੋਵਿਡ ਜਿਹੜਾ ਹੈਗਾ, ਇਨਫਲੂਐਂਜ਼ਾ ਔਰ ਕੋਵਿਡ ਇਕੱਠਾ, ਉਹ ਜ਼ਿਆਦਾ ਟਰਬਲਸਮ ਹੋ ਸਕਦਾ। ਦੂਜੀ ਇੱਕ ਗੁੱਡ ਨਿਊਜ਼ ਆ ਰਹੀ ਹੈ ਜਿਹੜੀ ਆਸਟ੍ਰੇਲੀਆ ਤੋਂ ਆ ਰਹੀ ਆ, ਉਹ ਇਸ ਲਈ ਆ ਰਹੀ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਮੌਸਮ ਸਾਡਾ ਹੁਣ ਸਮਰ ਖਤਮ ਹੋ ਰਿਹਾ, ਅਸੀਂ ਪਤਝੜ 'ਤੇ ਜਾਣਾ, ਉੱਥੇ ਹੁਣ ਉਹਨਾਂ ਦਾ ਵਿੰਟਰ ਖਤਮ ਹੋ ਕੇ ਉਹਨਾਂ ਨੇ ਸਪਰਿੰਗ ਜਾਂ ਬਸੰਤ ਰੁੱਤ 'ਚ ਜਾਣਾ। ਇਸ ਵਾਰੀ ਉਹਨਾਂ ਨੇ ਦੇਖਿਆ ਵੀ 90% ਘੱਟ ਫਲੂ ਹੋਇਆ ਉੱਥੇ ਪਿਛਲੇ ਸਾਲ ਨੂੰ। ਉਹਦਾ ਇਹ ਸੀ ਜਿਹੜੇ ਕੋਵਿਡ ਦੇ ਉਹ ਰਿਸਟ੍ਰਿਕਸ਼ਨਸ ਕਰ ਰਹੇ ਸੀ, ਉਹਦਾ ਫਲੂ ਤੋਂ ਬਚਾਅ ਹੋ ਗਿਆ, ਫਲੂ ਤੋਂ ਸਾਰੇ ਹੋਰ ਚੀਜ਼ਾਂ ਤੋਂ ਬਚਾਅ ਹੋ ਗਿਆ। ਸੋ ਇਸ ਲਈ ਅਗਰ ਉਹ ਸਾਰੀਆਂ ਚੀਜ਼ਾਂ ਕਰਦੇ ਦਿੰਦੇ ਤਾਂ ਰੈਗੂਲਰ ਫਲੂ ਤੋਂ ਵੀ ਬਚਾਅ ਹੋ ਸਕਦਾ। ਜਿਹੜਾ ਫਲੂ ਦਾ ਟੀਕਾ ਹੈਲਥ ਕੈਨੇਡਾ ਉਹਨੂੰ ਬਾਏ ਤਾਂ ਕਰਦੀ ਆ, ਉਹਨਾਂ ਨੂੰ $25 ਦਾ ਪੈਂਦਾ, ਲੇਕਿਨ ਉਹ ਐਟ ਰਿਸਕ ਪੋਪੂਲੇਸ਼ਨ ਖਾਸ ਕਰਕੇ ਜਿਨ੍ਹਾਂ ਨੂੰ ਐਸਮਾ ਆ, ਬ੍ਰੋਂਕਾਈਟਿਸ ਆ, ਹਾਰਟ ਪ੍ਰੋਬਲਮ ਹੈ, ਕਿਡਨੀ ਪ੍ਰੋਬਲਮ ਹੈ, ਗਰਭਵਤੀ ਆ, ਜਾਂ ਫਿਰ ਉਹਨਾਂ ਦੀ ਏਜ ਬਹੁਤ ਵਧੇਰੀ ਆ, ਜਾਂ ਕੋਈ ਦਵਾਈਆਂ ਲੈ ਰਹੇ ਆ, ਉਹਨਾਂ ਨੂੰ ਤਾਂ ਇੰਡੀਕੇਟਡ ਹੈਗਾ। ਉੱਦਾਂ ਵੀ 47% ਹੀ ਆ BC 'ਚ ਲੋਕੀ ਫਲੂ ਸ਼ਾਟ ਲਾਉਣ ਦੇ, ਸਾਰੇ ਲਾਉਂਦੇ ਵੀ ਨਹੀਂ ਆ, ਹਾਲਾਂਕਿ ਸਾਰਿਆਂ ਦੇ ਲਈ ਬਣਾਇਆ ਜਾਂਦਾ। ਸੋ ਉਹ ਲੋਕਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਕਿ ਤੁਸੀਂ ਫੋਰਸ ਨਹੀਂ ਕਰ ਸਕਦੇ ਕਿਸੇ ਨੂੰ, ਹੈ ਨਾ। ਜਿਹੜੇ ਡਾਕਟਰ ਸਾਹਿਬ ਲੋਕ ਕਹਿੰਦੇ ਅਸੀਂ ਵੈਕਸੀਨ ਲਵਾਉਣੀ ਨਹੀਂ, ਭਾਵੇਂ ਆ ਵੀ ਜਾਵੇ, ਦੁਨੀਆ ਇੱਕ ਪਾਸੇ ਤਾਂ ਉਡੀਕ ਕਰ ਰਹੀ ਹੈ ਵੀ ਕਦੋਂ ਵੈਕਸੀਨ ਆਉਂਦੀ, ਸੁੱਖ ਦਾ ਸਾਹ ਆਊਗਾ, ਫਲਾਈਟਾਂ ਚੱਲਣਗੀਆਂ, ਕੰਮਕਾਰ ਖੁੱਲ੍ਹਣਗੇ, ਉਹਨਾਂ ਦਾ ਲੌਜਿਕ ਕੀ ਹੈ ਵੀ ਉਹ ਕਹਿੰਦੇ ਅਸੀਂ ਤਾਂ ਲਵਾਉਣੀ ਹੀ ਨਹੀਂ। ਜਿਹੜੇ ਐਂਟੀ ਵੈਕਸੀਨ ਗਰੁੱਪ ਆ ਉਹ ਕਹਿੰਦੇ ਪਹਿਲਾਂ ਤੋਂ ਹੀ ਹੈਗੇ ਆ ਕੋਵਿਡ ਵਾਲੀ ਵੈਕਸੀਨ ਤੋਂ ਵੀ। ਦੇਖੋ ਕੈਨੇਡਾ ਦੇ ਵਿੱਚ ਸਾਡਾ ਹੈਗਾ ਯੂਨੀਵਰਸਲ ਹੈਲਥ ਕੇਅਰ ਤੇ ਚਾਰਟਰ ਆਫ ਫਰੀडम ਆਫ ਰਾਈਟ,
ਜੀ ਚਾਰਟਰ ਆਫ ਫਰੀडम ਆਫ ਰਾਈਟ 'ਚ ਵੀ ਤੁਹਾਡਾ ਹੱਕ ਹੈਗਾ ਜੀ ਵੀ ਤੁਸੀਂ ਨਾ ਵੀ ਕਰ ਸਕਦੇ ਕੋਈ ਚੀਜ਼ ਨੂੰ। ਔਰ ਜੀ ਸਾਨੂੰ ਪਤਾ ਵੀ ਕਰੀਬਨ 92% ਜਿਹੜੇ ਪੈਰੈਂਟ ਆ ਉਹ ਜਿਹੜੇ ਦੂਜੇ ਵੈਕਸੀਨ ਵੀ ਹੈਗੇ ਪੋਲੀਓ ਦੇ, ਟੈਟਨਸ ਦੇ, ਮੈਨੇਜਾਈਟਿਸ ਦੇ, ਉਹ ਲਾਉਂਦੇ ਆ ਤੇ 8% ਨਹੀਂ ਲਾਉਂਦੇ। ਉਹਦੇ 2-3 ਰੀਜ਼ਨ ਆ। ਪਹਿਲਾ ਰੀਜ਼ਨ ਤਾਂ ਹੈਗਾ ਉਹਨਾਂ ਦੀ ਧਾਰਮਿਕ ਬਲੀਫ ਆ ਵੀ ਜੀ ਸਾਡੇ ਧਰਮ 'ਚ ਇਹ ਚੀਜ਼ ਆ ਵੀ ਅਸੀਂ ਕੋਈ ਵੀ ਚੀਜ਼ ਇੰਜੈਕਟ ਨਹੀਂ ਕਰਨੀ। ਦੂਜਾ ਹੈਗਾ ਵੀ ਉਹਨਾਂ ਦਾ ਵਿਸ਼ਵਾਸ ਨਹੀਂ ਹੈਗਾ ਵੀ ਵੈਕਸੀਨ 'ਚ। ਤੀਜਾ ਉਹਨਾਂ ਦਾ ਹੈਗਾ ਵੀ ਜਿਹੜੇ ਵੈਕਸੀਨ ਆ ਸਾਈਡ ਇਫੈਕਟ ਕਰ ਸਕਦੇ ਆ। ਪਿੱਛੇ ਜੇ ਮਤਲਬ ਔਟਿਜ਼ਮ ਦਾ ਬੜਾ ਆਇਆ ਸੀ ਵੀ ਵੈਕਸੀਨ ਲੱਗ ਗਈ ਔਟਿਜ਼ਮ ਹੋ ਗਿਆ ਬੱਚੇ ਨੂੰ, ਲੇਕਿਨ ਉਹਦੇ ਬਾਅਦ ਇੰਨੀਆਂ ਰਿਸਰਚ ਆਈਆਂ ਕੋਈ ਪ੍ਰੂਵ ਨਹੀਂ ਕਰ ਪਾਉਂਦਾ। ਲੇਕਿਨ ਜਿਹੜੇ ਐਂਟੀ ਵੈਕਸੀਨੇਰ ਆ ਉਹ ਆਪਣੀ ਕਿੱਲੀ ਦੱਬੀ ਜਾ ਰਿਹਾ ਵੀ ਨਹੀਂ ਇਹਦਾ ਸਾਈਡ ਇਫੈਕਟ ਹੋਊਗਾ, ਲੌਂਗ ਟਰਮ ਪ੍ਰੋਬਲਮ ਆਉਣਗੇ, ਹੈ ਨਾ। ਦੇਖੋ ਜਿਹੜਾ ਸੈਂਟਰ ਫॉर ਡਿਜ਼ੀਜ਼ ਕੰਟਰੋਲ BC ਦਾ ਹੈਗਾ, ਮੇਰੇ ਜਿਹੜੇ ਪ੍ਰੋਫੈਸਰ ਡਾਕਟਰ ਡੇਵਿਡ ਸ਼ੈਫਲੀ ਉਹ ਵੀ ਉਹਦੇ ਰਹਿ ਚੁੱਕੇ ਚੀਫ, ਹੈ ਨਾ। ਉਦੋਂ ਇਹ ਮਤਲਬ ਇਹ ਸਾਰਾ ਪਸਾਰਾ ਨਹੀਂ ਹੁੰਦਾ ਸੀ। ਉਹ ਇਹੀ ਕਹਿੰਦੇ ਆ ਵੀ ਜਿਹੜੇ ਵੈਕਸੀਨਸ ਹੈਗੇ ਆ, ਤੁਸੀਂ ਦੇਖੋ ਪੋਲੀਓ ਕਿਸੇ ਨੂੰ ਨਹੀਂ ਹੁੰਦਾ, ਸਮਾਲ ਪੌਕਸ ਕਿਸੇ ਨੂੰ ਨਹੀਂ ਹੁੰਦਾ, ਟੈਟਨਸ ਕਿਸੇ ਨੂੰ ਨਹੀਂ ਹੁੰਦਾ। ਸਾਰੀਆਂ ਚੀਜ਼ਾਂ ਤਾਂ ਹੀ ਕੰਟਰੋਲ ਹੋਈਆਂ ਜਦ ਵੈਕਸੀਨ ਆਏ। ਔਰ ਅਸੀਂ ਵੈਕਸੀਨਸ ਜਿਹੜੇ ਹੈਗੇ ਆ ਕੋਵਿਡ ਦਾ, ਮੋਸਟ ਆਫ ਦਾ ਪੰਜਾਬੀ ਪੀਪਲ ਜਿਹੜੇ ਹਿੰਦੁਸਤਾਨ, ਪਾਕਿਸਤਾਨ, ਬੰਗਲਾਦੇਸ਼ ਦੇ, ਉਹ ਬਿਲੀਵ ਕਰਦੇ ਵੈਕਸੀਨੇਸ਼ਨ 'ਚ। ਬਿਲਕੁਲ ਬਿਲਕੁਲ। ਔਰ ਜਿਹੜੇ ਬਾਕੀ ਜਿਹੜੇ ਗਰੁੱਪ ਹੈਗੇ ਆ ਉਹਨਾਂ ਨੂੰ ਅਸੀਂ ਐਜੂਕੇਸ਼ਨ ਦੇ ਨਾਲ ਸਮਝਾ ਕੇ ਇਸ ਪਾਸੇ ਲੈ ਕੇ ਆ ਸਕਦੇ ਹਾਂ। ਲੇਕਿਨ ਕੁਛ ਵਜ੍ਹਾ ਕਰਕੇ ਅਗਰ ਜਿਹੜੇ 32% ਅੱਜ ਰਿਪੋਰਟ ਕਰ ਰਹੇ, ਚਲੋ ਉਹਨਾਂ ਨੂੰ 20 ਤੇ ਵੀ ਲੈ ਆਂਦਾ ਤਾਂ ਵੀ ਸਾਡੀ ਗੱਡੀ ਤੁਰ ਪੈਣੀ ਹੈ, ਕਿਉਂਕਿ 70-80% ਨੂੰ ਅਗਰ ਵੈਕਸੀਨ ਦੇ ਹੋ ਗਈ ਜਾਂ ਉਹਨਾਂ ਨੂੰ ਨੈਚੁਰਲੀ ਕੋਵਿਡ ਹੋ ਗਿਆ ਤੇ ਹੌਲੀ ਹੌਲੀ ਹਰਡ ਇਮਿਊਨਿਟੀ ਦੇ ਨਾਲ ਇਹ ਵਾਇਰਸ ਜਿਹੜਾ ਹੈਗਾ ਆਪੇ ਹੀ ਰੁਕ ਜਾਏਗਾ। ਡਾਕਟਰ ਸਾਹਿਬ, ਕੋਵਿਡ ਦੇ ਬਾਰੇ ਆਖਰੀ ਸਵਾਲ, ਕੀ ਕਰਨਾ ਚਾਹੀਦਾ ਹੁਣ ਜਦੋਂ ਫਲੂ ਦਾ ਸੀਜ਼ਨ ਆ ਜਾਣਾ ਅੱਗੇ? ਹੁਣ ਕੀ ਕਰਨਾ ਚਾਹੀਦਾ? ਫਲੂ ਸ਼ਾਟ ਲਵਾਉਣੇ ਚਾਹੀਦੇ ਆ, ਬਚਾਅ ਰੱਖਣਾ ਚਾਹੀਦਾ, ਇਹ ਸੈਕੰਡ ਵੇਵ ਨਾ ਆਵੇ, ਇਹਦੇ ਲਈ ਮਤਲਬ ਆਮ ਵਿਅਕਤੀ ਕੀ ਕਰ ਸਕਦਾ ਜੀ? ਪਹਿਲੀ ਗੱਲ ਤਾਂ ਜੋ ਹੁਣ ਅਸੀਂ ਕਰ ਰਹੇ ਹਾਂ, ਹੈਂਡ ਵਾਸ਼ਿੰਗ, ਮਾਸਕ ਔਰ ਫਿਜ਼ੀਕਲ ਡਿਸਟੈਂਸ। ਦੂਜਾ ਫਲੂ ਸ਼ਾਟ ਲਵਾਉਣਾ ਚਾਹੀਦਾ। ਔਰ ਖਾਸ ਕਰਕੇ ਜਿਹੜੇ ਮਤਲਬ ਹੁਣ ਤੁਸੀਂ ਮੀਡੀਆ ਦੇ ਵਿੱਚ ਵੱਖ-ਵੱਖ ਲੋਕਾਂ ਦੇ ਨਾਲ ਮਿਲਦੇ ਆ, ਮੈਂ ਪੇਸ਼ੈਂਟਸ 50% ਮੈਂ ਕਲੀਨਿਕ 'ਚ ਦੇਖਦਾ, 50% ਵਰਚੁਅਲ ਦੇਖ ਰਿਹਾ, ਜਾਂ ਹਸਪੀਟਲ 'ਚ ਮੇਰੀ 2 ਬੇਟੀਆਂ ਕੰਮ ਕਰਦੀਆਂ। ਅਸੀਂ ਮਤਲਬ ਕਿਉਂਕਿ ਐਟ ਰਿਸਕ ਹੈਗੇ ਆ ਵੀ ਅਗਰ ਸਾਨੂੰ ਫਲੂ ਹੋ ਗਿਆ ਅਸੀਂ ਦੇ ਵੀ ਸਕਦੇ ਹਾਂ ਜਾਂ ਕੋਈ ਪੇਸ਼ੈਂਟ ਵੀ ਸਾਨੂੰ ਦੇ ਸਕਦਾ, ਇਸ ਲਈ ਉਹ ਜਿਹੜੇ ਐਟ ਰਿਸਕ ਵਾਲੇ ਉਹਨਾਂ ਨੂੰ ਤਾਂ ਜ਼ਰੂਰ ਲਾਉਣਾ ਚਾਹੀਦਾ। ਬਾਕੀ ਜਿਹੜੇ ਦੂਜੇ ਮੈਂ ਤੁਹਾਨੂੰ ਦੱਸਿਆ ਸੀ ਵੀ ਜਿਨ੍ਹਾਂ ਦੇ ਵਿੱਚ ਮੈਡੀਕਲ ਇੰਡੀਕੇਸ਼ਨਸ ਹੁੰਦੇ ਆ ਉਹਨਾਂ ਨੂੰ ਜ਼ਰੂਰ ਲਾਉਣਾ ਚਾਹੀਦਾ। ਹੁਣ ਜਿਹੜਾ ਫਲੂ ਸ਼ਾਟ ਹਰ ਸਾਲ ਕਿਉਂ ਲਾਉਂਦੇ ਆ ਅਸੀਂ? ਕਿਉਂਕਿ ਹਰ ਸਾਲ ਡਿਫਰੈਂਟ ਵਾਇਰਸ ਦਾ ਜਿਹੜਾ ਸਟਰਕਚਰ ਹੈ ਚੇਂਜ ਹੁੰਦਾ। ਵਾਇਰਸ ਵੀ ਸਿਆਣਾ, ਉਹ ਕਹਿੰਦਾ ਵੀ ਮੈਂ ਮਿਊਟੇਸ਼ਨ ਕਰ ਲੈਣਾ, ਮੈਂ ਆਪਣਾ ਮੂੰਹ ਮਾਂਦਰਾ ਬਦਲ ਲੈਣਾ ਵੀ ਪਿਛਲੀ ਵਾਰ ਤੁਸੀਂ ਜਿਹੜਾ ਕੀਤਾ ਸੀ ਮੇਰਾ ਤਾਂ ਜ਼ੋਰ ਨਹੀਂ ਚੱਲਿਆ, ਉਹ ਆਪਣਾ ਸਟਰਕਚਰ ਚੇਂਜ ਕਰਦਾ, ਅਸੀਂ ਉਸ ਹਿਸਾਬ ਦੇ ਨਾਲ ਵੈਕਸੀਨ ਤਿਆਰ ਕਰਨ ਦੀ ਕੋਸ਼ਿਸ਼ ਕਰਦੇ। ਕਈ ਵਾਰ ਵੈਕਸੀਨ ਫੇਲੀਅਰ ਵੀ ਹੁੰਦੀ ਹੈ। ਕੁਝ ਸਾਲ ਪਹਿਲਾਂ ਨਾ ਜਿਹੜਾ ਵੈਕਸੀਨ ਆਪਾਂ ਲਾ ਰਹੇ ਸੀ ਬਟ ਕਮਿਊਨਿਟੀ 'ਚ ਜਿਹੜਾ ਵਾਇਰਸ ਦੀ ਸਟ੍ਰੇਨ ਸੀ ਉਹ ਅਲੱਗ ਸੀ। ਲੇਕਿਨ ਇਹ ਦੇਖੋ ਹਰ ਟਾਈਮ 100% ਸਕਸੈਸ ਨਹੀਂ ਹੁੰਦਾ। ਲੇਕਿਨ ਸਾਡੇ ਕੋਲ ਇਸ ਵੇਲੇ ਇੱਕੋ ਤਰੀਕਾ ਹੈਗਾ, ਰਿਸਰਚ ਹੋ ਰਹੀ ਆ ਵੀ ਫਲੂ ਸ਼ਾਟ ਵੀ ਇੱਕੋ ਵਾਰੀ ਲੱਗੇ, ਤੁਹਾਨੂੰ 10 ਸਾਲ ਵਾਸਤੇ ਉਹ ਇਮਿਊਨਿਟੀ ਦੇਵੇ, ਲੇਕਿਨ ਅਜੇ ਉਹ ਮਾਰਕੀਟ 'ਚ ਨਹੀਂ ਹੈ, ਉਹਦੀ ਰਿਸਰਚ ਚਾਲੂ ਆ। ਇੱਕ ਡਾਕਟਰ ਸਾਹਿਬ ਸਵਾਲ ਪੁੱਛ ਰਿਹਾ ਹਰਦੀਪ ਸਿੰਘ ਜੌਹਲ ਜੀ, ਉਹ ਕਹਿੰਦੇ ਵੀ ਮੈਂ ਡਾਕਟਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਾਇਰਸ ਖਾਸ ਵੱਡੇ ਤੇ ਅਮੀਰ ਬੰਦਿਆਂ ਨੂੰ ਕਿਉਂ ਘੇਰ ਰਹੀ ਹੈ? ਕਿਉਂਕਿ ਪਹਿਲੇ ਦਿਨ ਤੋਂ ਅੱਜ ਤੱਕ ਸੰਸਾਰ ਦੇ ਗਰੀਬ ਦੇਸ਼ ਤਕਰੀਬਨ ਸਾਰੇ ਸੁਰੱਖਿਅਤ ਆ, ਇਹ ਕੀ ਗੱਲ ਹੈ ਜੀ? ਨਹੀਂ ਇਹ ਗੱਲ ਮੈਂ ਥੋੜਾ ਨਹੀਂ ਕਹੂੰਗਾ। ਐਕਚੁਅਲੀ ਅਗਰ ਤੁਸੀਂ ਦੇਖੋ ਅਮਰੀਕਾ 'ਚ ਸਭ ਤੋਂ ਜ਼ਿਆਦਾ ਕੇਸਿਸ ਬਲੈਕ 'ਚ ਹੋਏ ਔਰ ਸਭ ਤੋਂ ਜ਼ਿਆਦਾ ਡੈਥ ਵੀ ਬਲੈਕ 'ਚ ਹੋਈਆਂ। ਅਗਰ ਤੁਸੀਂ ਓਨਟੇਰੀਓ 'ਚ ਦੇਖੋ 82% ਜਿਹੜੇ ਕੇਸ ਆ ਉਹ ਕਲਰਡ ਲੋਕਾਂ 'ਚ ਹੋਏ। ਹੁਣ ਜਿਹੜੇ ਵਿਅਕਤੀ ਅਮੀਰ ਹੈਗੇ ਆ, ਜਿਨ੍ਹਾਂ ਕੋਲ ਪੈਸੇ ਹੈਗੇ ਆ, ਜਿਨ੍ਹਾਂ ਕੋਲ ਵੱਡੇ ਘਰ ਹੈਗੇ ਆ, ਉਹ ਤਾਂ ਮਤਲਬ ਸੋਸ਼ਲ ਆਈਸੋਲੇਸ਼ਨ ਕਰ ਸਕਦੇ ਆ। ਜਿਹੜਾ ਹੁਣ ਗਰੀਬ ਹੈਗਾ, ਜਿੱਦਾਂ ਹੁਣ ਮੈਂ ਬੰਬੇ ਦੇ ਸਲਮ ਏਰੀਆ ਦੱਸਦਾ, ਧਰਾਵੀ ਕਹਿ ਲਓ, ਚੈਂਬੂਰ ਦਾ ਕਹਿ ਲਓ, ਹੈ ਨਾ, ਉਹ ਤਾਂ 10x10 ਕਮਰੇ 'ਚ ਪੂਰਾ ਪਰਿਵਾਰ ਰਹਿੰਦਾ, ਉਹ ਸੋਸ਼ਲ ਆਈਸੋਲੇਸ਼ਨ ਕਿੱਥੋਂ ਕਰ ਲੈਣਗੇ, ਹੈ ਨਾ। ਉੱਥੇ ਅਗਰ ਇੱਕ ਨੂੰ ਹੋ ਗਿਆ ਤਾਂ ਸਾਰਿਆਂ ਨੂੰ ਹੋਣਾ ਹੀ ਹੋਣਾ, ਹੈ ਨਾ। ਸੋ ਇਸ ਲਈ ਇਹ ਅਮੀਰਾਂ ਦਾ ਨਹੀਂ ਆ। ਇਹ ਐਕਚੁਅਲੀ ਵਾਇਰਸ ਨੂੰ ਇਹ ਨਹੀਂ ਪਤਾ ਵੀ ਤੁਸੀਂ ਅਮੀਰ ਹੋ ਗਰੀਬ ਆ, ਇਹਨੇ ਚੰਬੜਨਾ। ਅਗਰ ਤੁਸੀਂ ਇਹ ਸੋਸ਼ਲ ਡਿਸਟੈਂਸ, ਹੈਂਡ ਵਾਸ਼ਿੰਗ ਜਾਂ ਮਾਸਕ ਨਹੀਂ ਪਾਉਂਦੇ, ਤੁਸੀਂ ਰਿਸਕ ਹੈਗੇ। ਔਰ ਆਲ ਓਵਰ ਦਾ ਵਰਲਡ ਮੋਸਟਲੀ ਹਰ ਕੰਟਰੀ 'ਚ ਜਿਹੜਾ ਕਲਰਡ ਇਲਾਕਾ ਔਰ ਗਰੀਬ ਇਲਾਕਾ ਉੱਥੇ ਜ਼ਿਆਦਾ ਹੋਇਆ ਐਕਚੁਅਲੀ ਕੋਵਿਡ। ਇਹਦੇ ਨਾਲ ਕੋਈ ਸੰਬੰਧ ਨਹੀਂ ਹੈ ਕਿ ਤੁਸੀਂ ਜਿਹੜਾ ਕੇਸ ਇਲਾਕੇ ਦੇ ਵਿੱਚੋਂ ਜਾਂ ਜਿਹਦਾ ਰੇਸ ਦੇ ਨਾਲ ਤੁਸੀਂ ਥੋੜ੍ਹਾ ਜਿਹਾ ਦੱਸਿਆ, ਇਹ ਕੁਛ ਖਾਸ ਥਾਵਾਂ ਦੇ ਉੱਤੇ ਜ਼ਿਆਦਾ ਅਟੈਕ ਕਰਦਾ? ਦੇਖੋ ਬਲੈਕ ਪੋਪੂਲੇਸ਼ਨ ਦੇ ਰੀਜ਼ਨ ਜਿਹੜਾ ਅਮਰੀਕਾ ਦਾ, ਉਹਨਾਂ ਨੇ ਸਟੱਡੀ ਪਬਲਿਸ਼ ਕੀਤੀ ਸੀ, ਬਾਕੀ ਦੇਸ਼ਾਂ ਨੇ ਕੋਈ ਸਟੱਡੀ ਪਬਲਿਸ਼ ਨਹੀਂ ਕੀਤੀ। ਉਹਦਾ ਮੇਨ ਰੀਜ਼ਨ ਹੈਗਾ ਵੀ ਉਸ ਇਲਾਕੇ ਦੇ ਵਿੱਚ ਗਰੀਬੀ ਆ, ਉਹਨਾਂ ਕੋਲ ਹੈਲਥ ਰਿਸੋਰਸਿਸ ਘੱਟ ਹੈਗੇ ਆ, ਉਹ ਇੱਕ ਜਗ੍ਹਾ ਦੇ ਵਿੱਚ ਹੈਗੇ ਵੀ ਜਿੱਥੇ ਸੋਸ਼ਲ ਆਈਸੋਲੇਸ਼ਨ ਕਰਨਾ ਔਖਾ ਉਹਨਾਂ ਦੇ ਲਈ, ਪਲੱਸ ਉਹਨਾਂ ਦੇ ਵਿੱਚ ਬਲੱਡ ਪ੍ਰੈਸ਼ਰ ਆ, ਡਾਇਬਟੀਜ਼ ਆ ਅਤੇ ਮੋਟਾਪਾ।
ਜਿਹੜਾ ਅਮਰੀਕਾ ਦਾ ਜਿਹੜਾ ਸਰਜਰ ਜਨਰਲ ਕਹਿ ਲਓ, ਉਹਨੂੰ ਆਪ ਡਾਇਬਟੀਜ਼ ਆ, ਉਹ ਬਲੈਕ ਕਲਰ ਦਾ ਵਿਅਕਤੀ ਆ, ਹੈਗਾ ਮਿਡ 40s 'ਚ ਹੈਗਾ। ਸੋ ਉਹਨਾਂ ਦੇ ਰਿਸਕ ਫੈਕਟਰਸ ਜ਼ਿਆਦਾ ਹੈਗੇ। ਮੇਰੀ ਬੇਟੀ ਨਿਊਯਾਰਕ 'ਚ ਜਦੋਂ ਬਹੁਤ ਜ਼ਿਆਦਾ ਉੱਥੇ ਤਰਥੱਲੀ ਮਚੀ ਸੀ ਹੈ ਨਾ, ਉਹ ਦੱਸ ਰਹੀ ਸੀ 70% ਐਡਮਿਸ਼ਨ ਬਲੈਕ ਸੀ ਅਤੇ ਓਵਰ 55% ਜਿਹੜੇ ਡੈਥ ਹੋ ਗਈ ਬਲੈਕ ਦੇ ਹੋਏ। ਨਿਊਯਾਰਕ 'ਚ ਬਲੈਕ ਦੀ ਪਾਪੂਲੇਸ਼ਨ 14-15% ਹੀ ਆ, ਲੇਕਿਨ ਜਿਹੜੇ ਹਸਪੀਟਲ ਐਡਮਿਟ ਹੋ ਰਹੇ ਸੀ, ਡੈਥ ਹੋ ਰਹੀ ਸੀ, ਉਹਦੀ ਮਾਤਰਾ ਜ਼ਿਆਦਾ ਸੀ। ਔਰ ਉਹਦੇ ਇਹ ਸਾਰੇ ਫੈਕਟਰ ਹੈਗੇ। ਔਰ ਹਿੰਦੁਸਤਾਨ 'ਚ ਵੀ ਤੁਸੀਂ ਦੇਖੋ, ਹੁਣ ਦੇਖੋ ਤੁਹਾਡੇ ਸਾਹਮਣੇ ਅਮਿਤਾਭ ਬੱਚਨ ਦੇਖ ਲਓ, ਅਭਿਸ਼ੇਕ ਦੇਖ ਲਓ, ਐਸ਼ਵਰਿਆ ਦੇਖ ਲਓ, ਕੁਛ ਹੋਇਆ ਉਹਨਾਂ ਨੂੰ? ਪੈਸੇ ਖਰਚੋ, ਹਸਪੀਟਲ 'ਚ ਜਾਓ, ਸੇਵਾ ਕਰਾਓ, ਘਰ ਆ ਜਾਓ। ਲੇਕਿਨ ਗਰੀਬ ਜਿਹੜਾ ਹੈਗਾ ਉਹ ਜਾਨ ਖੋ ਬੈਠਦਾ। ਸੋ ਹਰ ਕੰਟਰੀ 'ਚ ਮੋਸਟਲੀ ਜਿਹੜਾ ਗਰੀਬ ਆ ਉਹਦੇ ਉੱਤੇ ਵਾਇਰਸ ਨੇ ਜ਼ਿਆਦਾ। ਹਾਂ, ਅਗਰ ਤੁਸੀਂ ਰੈਸੀਡੈਂਸ਼ੀਅਲ ਕੇਅਰ ਹੋਮ 'ਚ ਹੈਗੇ ਆ, ਸਾਡਾ ਉੱਦਾਂ ਵੀ ਏਜਿੰਗ ਪਾਪੂਲੇਸ਼ਨ ਹੈਗਾ। ਜੀ ਸਾਡੇ ਕੰਟਰੀ 'ਚ ਬਜ਼ੁਰਗ ਬਹੁਤ ਵੱਡੀ ਉਮਰ ਤੱਕ ਰਹਿੰਦੇ ਆ, 87 ਸਾਲ ਤੱਕ ਤਾਂ ਔਰਤ, 83 ਸਾਲ ਤੱਕ ਬੰਦਾ ਰਹਿੰਦਾ ਹੈ ਨਾ। ਜਾਪਾਨ ਆ ਸਾਡੇ ਤੋਂ ਅੱਗੇ, ਬਸ ਨੰਬਰ 2 ਤੇ ਅਸੀਂ ਆ। ਸੋ ਇਹ ਵੀ ਇੱਕ ਰਿਸਕ ਫੈਕਟਰ ਹੈਗਾ, ਕਿਉਂਕਿ ਜਿੰਨੀ ਤੁਹਾਡੀ ਵੱਡੀ ਉਮਰ ਆ ਉਨੀ ਕੰਪਲਿਕੇਸ਼ਨਸ ਦੇ ਦਰ ਵੱਧ ਸਕਦੇ। ਡਾਕਟਰ ਸਾਹਿਬ ਨਰਿੰਦਰ ਮੰਗੂਵਾਲ ਜੀ ਇੱਕ ਕੁਐਸਚਨ ਕਰ ਰਹੇ ਹੋ, ਕਹਿੰਦੇ ਕੋਵਿਡ ਦਾ ਨਵਾਂ ਰੂਪ ਕੀ ਆ? ਵੀ ਕਹਿੰਦੇ ਰੂਪ ਬਦਲ ਰਿਹਾ, ਜਾਂ ਇਹਨੂੰ ਸਟ੍ਰੇਨ ਜਾਂ ਕੀ ਕਹਿੰਦੇ ਸੀ, ਮਿਊਟੇਸ਼ਨ ਹੋ ਗਈ, ਇਹ ਨਵਾਂ ਰੂਪ ਵੀ ਇਹਦਾ ਕੋਈ ਹੈਗਾ ਜੀ? ਦੇਖੋ, ਸੰਸਾਰ ਦੇ ਵਿੱਚ 8 ਮਿਊਟੇਸ਼ਨਸ ਤਾਂ ਇਹੀ ਵਾਇਰਸ ਦੇ ਹੋ ਚੁੱਕੇ ਆ। ਅੱਛਾ ਜੀ। ਔਰ ਜਿਹੜਾ ਨਿਊਯਾਰਕ, ਕਿਊਬੈਕ ਔਰ ਟੋਰਾਂਟੋ ਦਾ ਸੀ, ਉਹ ਵਾਇਰਸ ਡਿਫਰੈਂਟ ਆ। ਜਿਹੜਾ BC ਦਾ ਸੀ ਉਹ ਡਿਫਰੈਂਟ ਆ, ਹੈ ਕੋਵਿਡ ਆ, ਲੇਕਿਨ ਉਹਦੇ ਜਿਹੜੇ ਸਟਰਕਚਰ, ਜਦੋਂ ਆਪਾਂ ਉਹਦਾ DNA ਸਟਰਕਚਰ, ਇਹ ਹੈਗਾ RNA ਵਾਇਰਸ, ਉਹਦਾ ਜਿਹੜਾ ਜੈਨੇਟਿਕ ਸਟਰਕਚਰ ਦੇਖਦੇ ਹਾਂ, ਮਾੜਾ ਮੋਟਾ 19-20 ਦਾ ਫਰਕ ਹੈਗਾ। ਔਰ ਹਮੇਸ਼ਾ ਵਾਇਰਸ ਹੈ ਨਾ ਆਪਣਾ ਸਟਰਕਚਰ ਚੇਂਜ ਕਰੂਗਾ, ਉਸ ਹਿਸਾਬ ਦੇ ਨਾਲ ਉਹ ਜ਼ਿਆਦਾ ਘਾਤਕ ਹੋ ਸਕਦਾ ਔਰ ਉਹਦੇ ਉੱਤੇ ਦੂਜੀਆਂ ਚੀਜ਼ਾਂ ਅਸਰ ਘੱਟ ਕਰ ਸਕਦੀਆਂ। ਲੇਕਿਨ ਜਦੋਂ ਵੈਕਸੀਨ ਬਣਦੀ ਆ, ਉਦੋਂ ਮੋਸਟਲੀ ਜਿਹੜਾ ACE2 ਰਿਸੈਪਟਰ ਜਿੱਥੇ ਇਹਨੇ ਲੌਕ ਹੋਣਾ, ਭਾਵੇਂ ਜਿਹੜੇ ਵੀ ਇਹ ਸਟ੍ਰੇਨ ਦਾ ਹੋਏ, ਉੱਥੇ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜਾਂ ਫਿਰ ਜਿੱਥੇ ਇਹ ਰੈਪਲੀਕੇਟ ਕਰਦਾ, ਵੀ ਸੈੱਲ 'ਤੇ ਜਾ ਕੇ ਆਪਣੀ ਕਾਪੀਆਂ ਬਣਾਉਣਾ ਦੜ ਜਿਹੜੀ ਆਕਸਫੋਰਡ ਵਾਲੀ ਆ, ਉਹ ਰੈਪਲੀਕੇਸ਼ਨ ਦੇ ਉੱਤੇ ਖਲੋਤੀ ਹੈ ਐਡੀਨੋ ਵਾਇਰਸ ਦੇ ਨਾਲ। ਔਰ ਜਿਹੜੀ ਮੋਡਰਨਾ ਦੀ ਆ, ਉਹ ACE2 ਰਿਸੈਪਟਰ ਦੀ ਜਿਹੜੀ ਕੀ ਆ, ਉਹਨੂੰ ਲੌਕ ਕਰਨ ਵਾਸਤੇ ਖਲੋਤੀ ਆ। ਇਸ ਵੇਲੇ ਜਿਵੇਂ ਮਲੇਸ਼ੀਆ ਦੇ ਵਿੱਚ ਜਿਹੜਾ ਵਾਇਰਸ ਚੱਲ ਰਿਹਾ, ਉਹ ਕਾਫੀ ਘਾਤਕ ਹੈ। ਉਹਨਾਂ ਦੇ ਨੰਬਰ ਗਾਂ ਲਿਖੇ ਜਾਂਦੇ, COVID-19 ਗਾਂ 676 ਜਾਂ 78 ਇੱਦਾਂ ਨੰਬਰ ਲਿਖੇ ਜਾਂਦੇ। ਬਟ ਇਹ ਮੋਸਟਲੀ ਰਿਸਰਚ ਬੇਸ ਆ। ਮੁੰਗਲ ਸਾਹਿਬ ਮੇਰੇ ਖਿਆਲ ਨਾਲ ਰਿਸਰਚ ਜ਼ਿਆਦਾ ਕਰਦੇ ਆ। ਪ੍ਰੈਕਟੀਕਲ ਤੌਰ 'ਤੇ ਸਾਰਿਆਂ ਨੇ ਤੁਹਾਨੂੰ ਰਿਸਕ ਦੇਣਾ ਵੀ ਤੁਹਾਨੂੰ ਇਨਫੈਕਸ਼ਨ ਹੋ ਸਕਦਾ, ਬੁਖਾਰ ਹੋ ਸਕਦਾ, ਖੰਘ ਹੋ ਸਕਦੀ, ਨਿਮੋਨੀਆ ਹੋ ਸਕਦਾ, ਸਾਹ ਚੜ੍ਹਦਾ ਸਕਦਾ, ਆਕਸੀਜਨ ਲੱਗ ਸਕਦੀ ਹੈ, ਵੈਂਟੀਲੇਸ਼ਨ ਹੋ ਸਕਦਾ, ਮੌਤ ਵੀ ਹੋ ਸਕਦੀ ਹੈ। ਡਾਕਟਰ ਸਾਹਿਬ ਅਸੀਂ ਦੂਜੇ ਮੁੱਦੇ ਤੇ ਆਉਂਦੇ ਹਾਂ, ਜਿਹੜਾ ਅੱਜ ਦਾ ਕੋਵਿਡ ਬਾਰੇ ਜੇ ਕੋਈ ਸਾਡੇ ਕੋਲ ਸਵਾਲ ਹੋਇਆ ਸੀ, ਦੋਸਤੋ ਦਾ ਤੁਹਾਡਾ ਜਵਾਬ ਦੇਵਾਂਗੇ। ਤੁਸੀਂ ਫੇਸਬੁੱਕ ਦੇ ਉੱਤੇ ਕੋਈ ਵੀ ਕਮੈਂਟ ਕਰਕੇ ਪੁੱਛ ਸਕਦੇ ਹੋ। ਅਸੀਂ ਇਸ ਵੇਲੇ ਡਾਕਟਰ ਪ੍ਰਗਟ ਸਿੰਘ ਭੁਰ ਜੀ ਹੁਣਾਂ ਨਾਲ ਲਾਈਵ ਗੱਲਬਾਤ ਕਰ ਰਹੇ ਹਾਂ। ਡਾਕਟਰ ਸਾਹਿਬ, ਇੱਕ ਕੋਲੈਸਟਰੋਲ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ। ਇਹ ਕਹਿੰਦੇ ਸਾਰਿਆਂ ਨੂੰ ਹੀ ਹੋ ਜਾਂਦੀ ਹੈ ਇਹ ਜਦੋਂ ਟੈਸਟ ਕਰਵਾਓ, ਘਿਓ 'ਚ ਹੁੰਦੀ ਆ, ਇਹ ਨਟਸ 'ਚ ਵੀ ਕਹਿੰਦੇ ਹੁੰਦੀ ਆ, ਇਹ ਤੋਂ ਕਿੱਦਾਂ ਬਚਿਆ ਜਾ ਸਕਦਾ? ਕੁਝ ਲੋਕ ਕਹਿੰਦੇ ਕੋਲੈਸਟਰੋਲ ਚੰਗੀ ਵੀ ਹੁੰਦੀ ਹੈ, ਇਹ ਚੰਗੀ ਮਾੜੀ ਕਿਹੜੀ ਹੁੰਦੀ ਹੈ ਜੀ? ਦੇਖੋ, ਕੋਲੈਸਟਰੋਲ ਇੱਕ ਫੈਟੀ ਸਬਸਟੈਂਸ ਕਹਿ ਲਓ ਜਾਂ ਪਿਘਲਿਆ ਹੋਇਆ ਮੋਮ ਵਰਗਾ ਸਬਸਟੈਂਸ ਕਹਿ ਲਓ, ਹੈ ਨਾ। ਅੱਛਾ ਜੀ। ਉਹ ਸਾਡੇ ਬਲੱਡ ਦੇ ਵਿੱਚ ਵੀ ਸਰਕੂਲੇਟ ਕਰਦਾ, ਔਰ ਸਾਡੇ ਜਿਹੜੇ 50 ਟ੍ਰਿਲੀਅਨ ਸੈੱਲ ਹੈਗੇ ਬੋਡੀ ਦੇ, ਉਹਦੇ ਬਾਹਰਲੀ ਜਿਹੜੀ ਕੋਟਿੰਗ ਆ, ਉਹਨੂੰ ਕੋਲੈਸਟਰੋਲ ਚਾਹੀਦਾ, ਨਹੀਂ ਤਾਂ ਉਹ ਸੈੱਲ ਦਾ ਜਿਹੜਾ ਕੰਮ ਕਰਨਾ ਬਿਖਰ ਜਾਊਗਾ। ਸੋ ਇੱਕ ਕਿਸਮ ਦਾ ਉਹਨੂੰ ਬੰਨ੍ਹ ਕੇ ਰੱਖਦਾ, ਉਹਨੂੰ ਡਿਸਟਿੰਕਟ ਆਈਡੈਂਟੀਟੀ ਦਿੰਦਾ। ਸੋ ਇਹਦੇ ਕੰਮ ਵੀ, ਪਹਿਲਾਂ ਮੈਂ ਚੰਗੇ ਕੰਮ ਦੱਸਦਾ। ਇੱਕ ਤਾਂ ਸੈੱਲ ਮੈਂਬਰੇਨ ਨੂੰ ਜਿਹੜਾ ਬਰਕਰਾਰ ਰੱਖਦਾ। ਦੂਜਾ, ਜਿਹੜੀ ਹੁਣ ਆਪਾਂ ਕਹਿੰਦੇ ਨਾ ਧੁੱਪ ਤੋਂ ਸਾਡੇ ਚਮੜੇ ਦੇ ਵਿੱਚ ਫੈਟ ਤੋਂ ਵਿਟਾਮਿਨ D ਬਣਨੀ ਆ, ਉਹ ਵੀ ਇਸ ਰੂਟ 'ਤੇ ਕੋਲੇਕੈਲਸੀਫੇਰੋਲ ਉਹਨੂੰ ਕਹਿੰਦੇ, ਉਹਦੇ ਵਿੱਚ ਕੋਲੈਸਟਰੋਲ ਚਾਹੀਦਾ। ਫਿਰ ਜਿਹੜੇ ਸਾਡੇ ਸਾਰੇ ਹਾਰਮੋਨਸ ਆ, ਔਰ ਖਾਸ ਕਰਕੇ ਜਿਹੜੇ ਐਂਡਰੋਜਨਸ ਆ ਜਾਂ ਸੈਕਸ ਹਾਰਮੋਨਸ ਹੈਗੇ, ਟੈਸਟੋਸਟੇਰੋਨ, ਐਸਟ੍ਰੋਜਨ, ਉਹ ਸਾਰਿਆਂ ਦਾ ਬੇਸ ਕੋਲੈਸਟਰੋਲ ਹੈਗਾ। ਕੋਲੈਸਟਰੋਲ ਤੋਂ ਹੀ ਉਹ ਹਾਰਮੋਨ ਬਣਨੇ ਆ। ਫਿਰ ਜਿਹੜਾ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਬੋਡੀ ਦਾ ਥੋੜ੍ਹਾ ਜਿਹਾ ਇਮਿਊਨ ਸਿਸਟਮ ਆ, ਉਹਦੇ ਲਈ ਵੀ ਮਾੜਾ ਜਿਹਾ ਕੋਲੈਸਟਰੋਲ ਚਾਹੀਦਾ। 70 ਕਿਲੋ ਦਾ ਐਵਰੇਜ ਬੰਦਾ ਹੈਗਾ ਅਮਰੀਕਾ ਦੇ ਵਿੱਚ, ਆਮ ਇਨਸਾਨ, ਜਿਵੇਂ 150 ਪਾਊਂਡ, 70 ਕਿਲੋ, ਉਹਦੇ 'ਚ ਸਰੀਰ 'ਚ 35 ਗ੍ਰਾਮ ਕੋਲੈਸਟਰੋਲ ਹੈਗਾ। ਔਰ ਹਰ ਰੋਜ਼ 1 ਗ੍ਰਾਮ ਕੋਲੈਸਟਰੋਲ ਬਣੀ ਜਾ ਰਿਹਾ। ਉਹ ਖਾਵੇ ਨਾ ਖਾਵੇ, ਉਹਦੀ ਬੋਡੀ 'ਚ ਬਣਦਾ, ਔਰ ਇੰਨਾ ਕੁ ਚਾਹੀਦਾ ਵੀ ਹੈਗਾ। ਹੁਣ ਕੋਲੈਸਟਰੋਲ ਵਧਣ ਦੇ 2 ਪ੍ਰਮੁੱਖ ਕਾਰਨ ਹੈਗੇ। ਇੱਕ ਵੀ ਤੁਹਾਡਾ ਖਾਣਾ ਨਹੀਂ ਠੀਕ, ਉਹ 'ਤੇ ਮੈਂ ਫਿਰ ਬਾਅਦ 'ਚ ਆਊਂਗਾ। ਦੂਜਾ ਕਾਰਨ ਹੈਗਾ ਵੀ ਤੁਹਾਡੀ ਜੈਨੇਟਿਕ ਪ੍ਰੋਬਲਮ ਹੈਗੀ ਆ,
ਉਹਨੂੰ ਕਹਿੰਦੇ ਫੈਮੀਲੀਅਲ ਹਾਈਪਰਲਿਪੀਡੀਮੀਆ, ਅਸੀਂ ਮੈਡੀਕਲ ਟਰਮ ਕਹਿੰਦੇ ਆ, ਲੇਕਿਨ ਤੁਹਾਡੀ ਜੀਨਸ ਇੱਦਾਂ ਵੀ ਉਹਨੇ ਕੋਲੇਸਟ੍ਰੋਲ ਬਣਾਉਣਾ ਭਾਵੇਂ ਤੁਸੀਂ ਸਾਰੀਆਂ ਚੀਜ਼ਾਂ ਖਾਣੀਆਂ ਬੰਦ ਕਰ ਦਿਓ, ਕੋਲੇਸਟ੍ਰੋਲ ਬਣਨਾ ਹੀ ਬਣਨਾ। ਉਹ ਕਈ ਵਾਰ ਬੱਚਿਆਂ ਦੇ ਵਿੱਚ ਵੀ ਹੁੰਦੇ, ਹਰ 250 ਦੇ ਵਿੱਚ ਨਾ ਇੱਕ ਇਨਸਾਨ ਨੂੰ ਇਹ ਪ੍ਰੋਬਲਮ ਹੁੰਦੀ ਆ, ਸਾਰਿਆਂ ਨੂੰ ਨਹੀਂ ਹੁੰਦੀ, 250 ਦੇ ਵਿੱਚ ਇੱਕ ਨੂੰ। ਸੋ 1000 ਦੇ ਵਿੱਚ 4 ਵਿਅਕਤੀਆਂ ਨੂੰ ਫੈਮਿਲੀ ਹਿਸਟਰੀ ਕਰਕੇ ਕੋਲੇਸਟ੍ਰੋਲ ਉਹਨਾਂ ਦਾ ਬਣਨਾ। ਹੁਣ ਕੋਲੇਸਟ੍ਰੋਲ ਨੂੰ ਆਪਾਂ ਨਾ ਮੋਟੇ ਤਰ ਦੇ ਉੱਤੇ 3 ਲੈਵਲ 'ਚ ਰੱਖਣਾ, ਬਹੁਤੇ ਨਹੀਂ ਆਪਾਂ ਜਾਣਾ, ਕਿਉਂਕਿ ਡਾਕਟਰੀ ਜ਼ਿਆਦਾ ਨਹੀਂ ਕਰਨੀ, ਬੜੀ ਸਿੰਪਲ ਰੱਖਣਾ। ਜੀ ਜੀ ਬਿਲਕੁਲ। ਇੱਕ ਤਾਂ ਹੈਗਾ ਟੋਟਲ ਕੋਲੇਸਟ੍ਰੋਲ, ਵੀ ਕਿੰਨਾ ਕੁ ਹੈਗਾ। ਕੈਨੇਡਾ ਦੀ ਦਰ ਹੈਗੀ ਆ, ਉਹ ਯੂਰਪ ਦੇ ਨਾਲ ਚੱਲਦੀ ਆ, ਅਸੀਂ ਮਿਲੀਮੋਲਸ ਕਹਿੰਦੇ ਆ। ਜਿੱਦਾਂ ਅਸੀਂ ਜਿਹੜਾ ਹੈਗਾ ਮੈਟ੍ਰਿਕ ਸਿਸਟਮ ਯੂਜ਼ ਕਰਦੇ ਹਾਂ, ਕਿਲੋਮੀਟਰ ਹੈ ਨਾ, ਅਮਰੀਕਾ ਮਾਈਲਸ ਯੂਜ਼ ਕਰਦਾ, ਅਸੀਂ ਲੀਟਰ ਕਰਦੇ ਹਾਂ, ਉਹ ਗੈਲਨ ਕਰਦੇ ਹਾਂ। ਸੋ ਪਹਿਲਾਂ ਕੈਨੇਡਾ ਦੀ ਗੱਲ ਕਰ ਲਈਏ। ਸੋ ਕਰੀਬਨ 5 ਤੋਂ ਥੱਲੇ ਹੋਏ ਟੋਟਲ ਕੋਲੇਸਟ੍ਰੋਲ ਠੀਕ ਆ, 5 ਤੋਂ 6 ਹੋਏ ਵੀ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋ ਗਿਆ। 6.2 ਤੋਂ ਇਹ ਮੀਨਸ ਵਧਿਆ ਵੀ ਕੁਛ ਨਾ ਕੁਛ ਤਾਂ ਹੁਣ ਕਰਨਾ ਹੀ ਪੈਣਾ। ਅਮਰੀਕਾ 'ਚ ਉਹਨੂੰ ਕਹਿੰਦੇ ਮਿਲੀਗ੍ਰਾਮ ਪਰ ਲੀਟਰ, ਉਹ ਹੈਗਾ 200। ਸੋ 200 ਤੋਂ ਕਰੀਬਨ 280 ਤੱਕ ਕਹਿੰਦੇ ਵੀ ਆਲ ਰਾਈਟ ਆ। 300 ਤੋਂ ਵੱਧ ਗਿਆ ਤਾਂ ਉੱਥੇ ਤਰਥੱਲੀ ਮਚ ਗਈ। ਹੁਣ ਇਹਦੇ 2 ਅੰਗ ਹੈਗੇ ਆ, ਇੱਕ ਹੈਗਾ LDL, ਦੂਜਾ ਹੈਗਾ HDL। LDL ਦਾ ਮਤਲਬ ਹੁੰਦਾ ਲੋ ਡੈਂਸਿਟੀ ਲਾਈਪੋਪ੍ਰੋਟੀਨ, HDL ਦਾ ਮਤਲਬ ਹੁੰਦਾ ਹਾਈ ਡੈਂਸਿਟੀ ਲਾਈਪੋਪ੍ਰੋਟੀਨ। ਹੁਣ ਜਿਹੜਾ ਲੋ ਡੈਂਸਿਟੀ ਲਾਈਪੋਪ੍ਰੋਟੀਨ ਵਾਲਾ LDL ਆ, ਉਹਦੇ ਹੈਗੇ 2 ਹਿੱਸੇ, ਇੱਕ ਹੈਗਾ ਉਹਦੇ ਮੋਟੇ ਪਾਰਟੀਕਲ, ਇੱਕ ਹੈਗਾ ਉਹਦੇ ਛੋਟੇ ਪਾਰਟੀਕਲ। ਜਿਹੜੇ ਮੋਟੇ ਪਾਰਟੀਕਲ ਆ ਉਹ ਤਾਂ ਖੂਨ ਦੀ ਨਾੜੀਆਂ ਤੋਂ ਲੰਘ ਜਾਂਦੇ, ਜਿਹੜੇ ਛੋਟੇ ਪਾਰਟੀਕਲ ਆ ਉਹ ਖੂਨ ਦੀ ਨਾੜੀਆਂ 'ਚ ਜੰਮਣੇ ਸ਼ੁਰੂ ਹੋ ਜਾਂਦੇ ਆ। ਹੌਲੀ ਕਈ ਵਾਰੇ ਕਈ ਦਹਾਕਿਆਂ ਬਾਅਦ ਉੱਥੇ ਜੰਮਦਾ ਨੈਰੋ ਕਰੀ ਜਾਂਦਾ ਬਲੱਡ ਵੈਸਲ ਨੂੰ, ਜਿਹਦੇ ਨਾਲ ਹਾਰਟ ਅਟੈਕ ਹੋਣ ਦੇ ਚਾਂਸਸ ਵੱਧਦੇ ਆ। ਜਿਹੜਾ HDL ਆ, ਉਹ ਵਧਾਉਣ ਦਾ ਤਰੀਕਾ ਹੈਗਾ ਐਕਸਰਸਾਈਜ਼, ਘੱਟ ਤੋਂ ਘੱਟ 1 ਘੰਟਾ। ਜਿਹੜਾ HDL ਹੈ ਨਾ, ਉਹ ਹੈਗਾ ਗੁੱਡ ਕੋਲੇਸਟ੍ਰੋਲ, ਉਹ ਜਾ ਕੇ ਲੀਵਰ ਬਣਾਉਂਦੀ ਆ ਸਾਰੇ ਪਾਸੋਂ ਦੀ। ਜਿਹੜਾ LDL ਗੰਦਾ ਆ, ਜਿਹੜਾ ਸਮੌਲ ਪਾਰਟੀਕਲ ਆ, ਉਹਨੂੰ ਫੜ ਕੇ ਵਾਪਸ ਲੀਵਰ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਵੀ ਉਹ ਪਲਾਕ ਨਾ ਬਣਾਵੇ। ਸੋ HDL ਜਿਹੜਾ ਸਾਨੂੰ ਪ੍ਰੋਟੈਕਟ ਕਰਦਾ, H ਦਾ ਮਤਲਬ ਹਾਈ, ਉਹ ਹਾਈ ਹੋਣਾ ਚਾਹੀਦਾ। LDL ਜਿਹੜਾ ਸਾਨੂੰ ਤੰਗ ਕਰਦਾ, ਉਹ ਲੋ ਹੋਣਾ ਚਾਹੀਦਾ। L ਦਾ ਮਤਲਬ ਲੋ। ਸੋ HDL ਮੀਨਸ ਹਾਈ ਰੱਖੋ, LDL ਲੋ ਰੱਖੋ। ਜਿਹੜਾ ਮੇਨ ਸੋਰਸ ਹੈਗਾ ਕੋਲੇਸਟ੍ਰੋਲ ਦਾ, ਉਹ ਹੈਗਾ ਨਾਨ ਵੈਜ ਫੂਡ। ਅੱਛਾ ਜੀ। ਸਾਰਾ ਨਾਨ ਵੈਜ ਫੂਡ 'ਤੇ ਹੈਗਾ, ਮੀਟ 'ਚ, ਚਿਕਨ 'ਚ, ਅੰਡੇ 'ਚ, ਮੱਛੀ 'ਤੇ, ਬੱਕਰੇ 'ਚ, ਸਾਰੇ ਨਾਨ ਵੈਜ ਫੂਡ 'ਚ ਕੋਲੇਸਟ੍ਰੋਲ ਹੈਗਾ। ਜਿਹੜੇ ਦਰਖਤ ਆ ਉਹ ਕੋਲੇਸਟ੍ਰੋਲ ਨਹੀਂ ਬਣਾਉਂਦੇ। ਅੱਛਾ ਜੀ। ਸੋ ਜਿਹੜਾ ਪਲਾਂਟ ਫੂਡ ਆ ਉਹ 'ਚ ਕੋਲੇਸਟ੍ਰੋਲ ਨਹੀਂ ਆ। ਕੁਛ ਇੱਕ ਪਲਾਂਟ ਫੂਡ ਹੈਗਾ ਜਿਸ 'ਚ ਥੋੜ੍ਹਾ ਫੈਟ ਹੈਗਾ, ਜਿੱਦਾਂ ਐਵਾਕਾਡੋ ਹੈਗਾ, ਲੇਕਿਨ ਉਹ ਗੁੱਡ ਫੈਟ ਹੈਗਾ, ਉਹ ਸਾਡੀ ਬੋਡੀ ਨੂੰ ਖਰਾਬ ਨਹੀਂ ਕਰਦਾ। ਜਿਹੜਾ ਮੈਕਸੀਕਨ ਨਹੀਂ ਯੂਜ਼ ਕਰਦੇ ਆ ਹਰੀ ਜੀ ਜਿਹੜੀ ਐਵਾਕਾਡੋ, ਜਿਹੜੇ ਫਲੈਕਸ ਸੀਡ ਆ, ਜਿਹਦਾ ਅਲਸੀ ਆ, ਉਹ ਵੀ ਗੁੱਡ ਫੈਟ ਹੈਗੇ। ਸੋ ਵੈਜੀਟੇਬਲ ਸੋਰਸ ਤੇ 2-3 ਚੀਜ਼ਾਂ ਹੈਗੀਆਂ ਜਿਸ 'ਚ ਗੁੱਡ ਫੈਟ ਹੈਗੇ ਆ, ਲੇਕਿਨ ਬਾਕੀ ਸਾਰੇ ਵੈਜੀਟੇਬਲਸ ਜਿਹੜੇ ਹੈਗੇ ਉਹ 'ਚ ਕੋਲੇਸਟ੍ਰੋਲ ਨਹੀਂ ਹੈਗਾ। ਹੁਣ ਤੁਹਾਨੂੰ ਇੱਕ ਗਾਥਾ ਦੱਸਦੇ ਹਾਂ। ਮੇਨ ਰਿਸਕ ਤਾਂ ਇਹੀ ਆ ਵੀ ਕੋਲੇਸਟ੍ਰੋਲ ਵੱਧ ਗਿਆ ਤੇ ਤੁਹਾਡੇ ਖੂਨ ਦੀ ਨਾੜੀਆਂ ਉਹਦੇ ਜੰਮਣਾ ਸ਼ੁਰੂ ਹੋਣਾ। ਜ਼ਰੂਰੀ ਨਹੀਂ ਆ ਵੀ ਹਫ਼ਤੇ, 10 ਦਿਨ, 5 ਸਾਲ, 10 ਸਾਲ, ਕਈ ਵਾਰ 20 ਸਾਲ ਬਾਅਦ ਵੀ ਉਹ ਅਸਰ ਦਿੰਦਾ ਹੈ ਨਾ। ਔਰ ਆਦਤਾਂ ਜਿਹੜੀਆਂ ਹੈਗੀਆਂ ਉਹ ਬਚਪਨ ਦੀਆਂ ਪਈਆਂ ਹੁੰਦੀਆਂ, ਬਾਹਰ ਖਾਣ ਦੀਆਂ, ਫਰੈਂਚ ਫਰਾਈਆਂ, 버ਗਰ, ਪੀਜ਼ਾ, ਚਾਕਲੇਟ, ਕੋਕ, ਇਹ ਸਾਰਾ ਕੋਲੇਸਟ੍ਰੋਲ ਦਾ ਘਰ ਆ। ਔਰ ਜਿਹੜੇ ਨਾ ਸਾਡੀ ਧੌਣ ਦੀ ਆਰਟਰੀ ਆ ਕੈਰੋਟਿਡ, ਇਹਦਾ ਅਲਟਰਾਸਾਊਂਡ ਕਰਕੇ ਦੇਖੀਏ ਵੀ ਖੂਨ ਕਿੱਦਾਂ ਜਾ ਰਿਹਾ ਬ੍ਰੇਨ ਨੂੰ। ਜਿਹੜਾ ਹਾਰਟ ਹੈ ਉਹਦਾ ਐਕੋ ਕਰਕੇ ਦੇਖੀਏ ਹਾਰਟ ਕਿੱਦਾਂ ਚੱਲ ਰਿਹਾ। ਫਿਰ ਐਂਜੀਓਗ੍ਰਾਮ ਵੀ ਕਰ ਸਕਦੇ ਹਾਂ, ਜਾਂ ਜਿਹੜਾ ਨਵਾਂ ਟੈਸਟ ਆ ਵੀ ਖੂਨ ਦੀ ਨਾੜੀ 'ਚ ਕੈਲਸ਼ੀਅਮ ਕਿੰਨਾ ਡਿਪੋਜ਼ਿਟ ਆ। ਅਗਰ ਕੈਲਸ਼ੀਅਮ ਡਿਪੋਜ਼ਿਟ ਹੈਗਾ ਤਾਂ ਫਿਰ ਹਾਰਟ ਅਟੈਕ ਹੋਊਗਾ ਆਉਣ ਵਾਲੇ 4-5 ਸਾਲਾਂ 'ਚ। ਅਗਰ ਕੈਲਸ਼ੀਅਮ ਨਹੀਂ ਆ ਤਾਂ 4-5 ਸਾਲ ਤੱਕ ਤਾਂ ਤੁਸੀਂ ਬਚੇ ਹੋ ਵੀ ਹਾਰਟ ਅਟੈਕ ਨਹੀਂ ਹੋਣਾ। ਹੁਣ ਅਗਰ ਕਿਸੇ ਨੂੰ ਹਾਰਟ ਅਟੈਕ ਹੋ ਵੀ ਗਿਆ, ਉਹਦਾ ਬਾਈਪਾਸ ਸਰਜਰੀ ਹੋ ਵੀ ਗਈ, ਕੋਈ ਗਰੰਟੀ ਨਹੀਂ ਹੈ ਵੀ ਫਿਰ ਹਾਰਟ ਅਟੈਕ ਨਹੀਂ ਹੋਗਾ ਜਦ ਤੱਕ ਉਹ ਤਰਜ਼ੇ ਜ਼ਿੰਦਗੀ ਨਹੀਂ ਬਦਲੂਗਾ। ਉਹ ਐਕਸਰਸਾਈਜ਼ ਨਹੀਂ ਕਰੂਗਾ, ਆਪਣਾ weight ਮੇਨਟੇਨ ਨਹੀਂ ਰੱਖੂਗਾ, ਆਪਣਾ ਖਾਣਾ ਠੀਕ ਨਹੀਂ ਰੱਖੂਗਾ। ਕਲੀਵਲੈਂਡ 'ਚ ਇੱਕ ਜੂਇਸ਼ ਡਾਕਟਰ ਹੈਗਾ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਉਹਨਾਂ ਨੇ ਸਪੈਸ਼ਲ ਡਾਈਟ ਰੱਖੀ ਹੋਈ ਆ ਔਰ ਉਹ ਸਾਰੀ ਪਲਾਂਟ ਬੇਸਡ ਆ। ਉਹਦੇ 'ਚ ਨਾ ਡੇਅਰੀ ਪ੍ਰੋਡਕਟ ਆ, ਦੁੱਧ, ਦਹੀਂ, ਚੀਜ਼, ਬਟਰ, ਪਨੀਰ, ਆਈਸਕ੍ਰੀਮ ਕੋਈ ਨਹੀਂ, ਜੋ ਕੋਈ ਸ਼ੂਗਰ ਵਾਲੀ ਚੀਜ਼ ਨਹੀਂ ਆ, ਕੋਈ ਮੀਟ ਵਾਲੀ ਚੀਜ਼ ਨਹੀਂ ਆ। ਉਹ ਟੋਟਲ ਵੀਗਨ ਡਾਈਟ ਆ। ਤੁਸੀਂ ਹੈਰਾਨ ਹੋਗੇ ਜਸਕਰਨ ਜੀ ਵੀ ਜਿਨ੍ਹਾਂ ਦੇ ਪਲਾਕ ਵੀ ਹੋਏ ਸੀ, ਜਿਨ੍ਹਾਂ ਦੇ ਕੈਲਸ਼ੀਅਮ ਵੀ ਡਿਪੋਜ਼ਿਟ ਹੋਏ ਸੀ, ਉਹ ਵੀ ਰਿਵਰਸ ਹੋ ਗਏ।
ਹਾਰਟ ਅਟੈਕ ਹੋਇਆ ਨਹੀਂ ਉਹਨਾਂ ਨੂੰ, ਕੋਈ ਦਵਾਈ ਦੀ ਲੋੜ ਨਹੀਂ ਪਈ। ਸੋ ਜੋ ਅਸੀਂ ਆਪਣੇ ਮੂੰਹ 'ਚ ਪਾ ਰਹੇ ਹਾਂ ਉਹ ਸਾਡੇ ਬੋਡੀ ਵਾਸਤੇ ਇੱਕ ਦਵਾ ਦਾ ਕੰਮ ਕਰ ਸਕਦਾ। ਉੱਦਾਂ ਵੀ ਤਾਂ ਦਵਾਈਆਂ ਕਈ ਵਾਰ ਲੈਂਦੇ ਹੈ ਨਾ, ਅਗਰ ਆਪਾਂ ਖਾਣਾ ਹੀ ਆਪਣਾ ਦਵਾ ਬਣਾ ਲਈਏ, ਜਿੱਦਾਂ ਰੰਗਦਾਰ ਚੀਜ਼ਾਂ ਜ਼ਿਆਦਾ ਖਾਈਏ ਜਿਹੜੀ ਫਾਰਮ 'ਚ ਉੱਗਦੀਆਂ। ਦੇਖੋ ਜਿਹੜੀ ਰੱਬ ਨੇ ਚੀਜ਼ ਬਣਾਈ ਹੈ ਨਾ ਉਹ ਇਨਸਾਨ ਨਹੀਂ ਬਣਾ ਸਕਦਾ। ਗਾਜਰ ਆ, ਮੂਲੀ ਆ, ਪਿਆਜ਼ ਆ, ਅਦਰਕ ਆ, ਹਲਦੀ ਆ, ਲੈਟਸ ਆ, ਬਰੋਕਲੀ ਆ, ਫਰੂਟਸ ਹੈਗੇ ਆ। ਤੁਸੀਂ ਹਰੇ ਚੀਜ਼ ਦੀ ਬੜੀਆਂ ਚੀਜ਼ਾਂ, ਆਪਣਾ ਮੇਥੀ ਅਸੀਂ ਬਹੁਤ ਖਾਂਦੇ ਆ, ਸਾਗ ਬਹੁਤ ਖਾਂਦੇ ਆ, ਹੈ ਨਾ। ਲੇਕਿਨ ਪੰਗਾ ਹੈ ਵੀ ਜਿਹੜਾ ਅੰਦਰ ਬਟਰ ਮੱਖਣੀ ਪਾ ਲੈਂਦੇ ਆ, ਉਹ ਫਿਰ ਕੋਲੇਸਟ੍ਰੋਲ ਦਾ ਘਰ ਹੈ, ਕਿਉਂਕਿ ਸਵਾਦ ਜਿਹੜਾ ਹੈਗਾ ਉਹ ਸਾਡੇ ਤੋਂ ਰਹਿ ਨਹੀਂ ਹੁੰਦਾ। ਡਾਕਟਰ ਸਾਹਿਬ, ਇਹ ਚੰਗੀ ਤਾਂ ਮਾੜੀ ਜਿਹੜੀ ਤੁਸੀਂ ਲੋ ਤੇ ਹਾਈ ਦੱਸੀ ਹੈ ਵੀ ਹਾਈ ਜਿਹੜੀ ਹਾਈ ਹੋਣੀ ਚਾਹੀਦੀ ਹੈ, LDL ਜਿਹੜਾ ਲੋ ਹੋਣਾ ਚਾਹੀਦਾ, ਇਹ ਹੁਣ ਖਾਣੇ 'ਚ ਹੋ ਸਕਦਾ ਵੀ ਕਿਹੜੇ ਘਿਓ ਦੇ ਵਿੱਚ ਚੰਗੀ ਕੋਲੇਸਟ੍ਰੋਲ ਆ ਤੇ ਕਿਹੜੇ ਘਿਓ 'ਚ ਮਾੜੀ ਆ, ਬੰਦਾ ਚੰਗੀ ਵਾਲਾ ਖਾ ਲਵੇ? ਨਹੀਂ ਘਿਓ 'ਚ ਤਾਂ ਟੋਟਲ ਕੋਲੇਸਟ੍ਰੋਲ ਆ, ਉਹਨੇ ਜਾ ਕੇ ਲਿਵਰ 'ਚ ਪ੍ਰੋਸੈਸ ਹੋ ਕੇ ਉਹਨੇ LDL ਬਣਨਾ, ਉਹਨੇ HDL ਨਹੀਂ ਬਣਨਾ। ਤੁਸੀਂ ਇੱਕ ਹੋਰ ਨੁਕਤਾ ਇੱਥੇ ਦੱਸਿਆ ਕਿ ਜਿਹੜੇ ਮੀਟ ਵਗੈਰਾ ਆ ਇਹਦੇ ਵਿੱਚ ਕੋਲੇਸਟ੍ਰੋਲ ਹੁੰਦੀ ਹੈ ਖਾਣ ਵਾਲੀਆਂ ਚੀਜ਼ਾਂ 'ਚ। ਜਿਹੜਾ ਬੰਦਾ, ਮੈਂ ਕਦੇ ਮੀਟ ਨਹੀਂ ਖਾਦਾ, ਪਰ ਡਾਕਟਰ ਕਹਿੰਦੇ ਤੁਹਾਨੂੰ ਕੋਲੇਸਟ੍ਰੋਲ ਆ ਥੋੜੀ ਹਾਈ ਹੈ ਜੀ। ਦੇਖੋ ਹੁਣ ਹੋ ਸਕਦਾ ਤੁਸੀਂ ਮਠਿਆਈ ਜ਼ਿਆਦਾ ਖਾਂਦੇ ਹੋ, ਬੇਸਣ ਜ਼ਿਆਦਾ ਖਾਂਦੇ ਹੋ, ਪੀਜ਼ਾ ਜ਼ਿਆਦਾ ਖਾਂਦੇ ਹੋ, ਚੀਜ਼ ਜ਼ਿਆਦਾ ਖਾਂਦੇ ਹੋ, ਕਿਉਂਕਿ ਇਹਨਾਂ ਵਿੱਚ ਕੋਲੇਸਟ੍ਰੋਲ ਹੈਗਾ, ਇਹਨਾਂ 'ਚ ਵੀ ਹੈ। ਹਾਂ ਹੁਣ ਦੇਖੋ ਜਿਹੜਾ ਸੈਕਿੰਡ ਲਾਰਜੈਸਟ ਪ੍ਰੋਡਿਊਸਿੰਗ ਨੇਸ਼ਨ ਆਫ ਬੀਫ ਹੈਗਾ ਹੋ ਗਿਆ ਹਿੰਦੁਸਤਾਨ। ਅੱਛਾ ਜੀ। ਹਾਂ ਤੁਸੀਂ ਹੈਰਾਨ ਹੋ ਗਏ ਨਾ ਵੀ ਅਸੀਂ ਉੱਥੇ ਗਾਂ ਦੀ ਹਿੰਦੂ ਲੋਕ ਵਰਸ਼ਿਪ ਵੀ ਕਰਦੇ ਹਨ, ਲੇਕਿਨ ਸੈਕਿੰਡ ਲਾਰਜੈਸਟ ਪ੍ਰੋਡਿਊਸਿੰਗ ਨੇਸ਼ਨ ਹਿੰਦੁਸਤਾਨ ਆ। ਔਰ ਉਹ ਜ਼ਿਆਦਾ ਮਹਿੰਗਾ ਵਿਕਦਾ। ਕਿਉਂ ਵਿਕਦਾ ਸੋਚੋ, ਕਿਉਂਕਿ ਉਹ ਗਾਵਾਂ ਪਤਲੀਆਂ ਲੀਨ ਆ, ਉਹਨਾਂ 'ਚ ਫੈਟ ਨਹੀਂ ਹੈਗਾ, ਉਹਨਾਂ 'ਚ ਪ੍ਰੋਟੀਨ ਦਾ ਸਟਰਕਚਰ ਜ਼ਿਆਦਾ। ਇਸ ਲਈ ਜਿਹੜਾ ਮਿਡਲ ਈਸਟ 'ਚ ਜਿਹੜੇ ਅਰਬ ਲੋਕ ਜ਼ਿਆਦਾ ਉਹ ਹਿੰਦੁਸਤਾਨ ਤੋਂ ਹੀ ਉਹ ਮੀਟ ਇੰਪੋਰਟ ਕਰਦੇ ਜ਼ਿਆਦਾ, ਕਿਉਂਕਿ ਉਹ ਲੀਨ ਹੈ। ਤੁਸੀਂ ਨਾ ਸੁਣਿਆ ਹੋਣਾ ਵੀ ਲੀਨ ਮੀਟ ਖਾ, ਇਹਦਾ ਮਤਲਬ ਵੀ ਉਹ ਤੋਂ ਚਰਬੀ ਕੱਢੀ ਹੋਣੀ ਚਾਹੀਦੀ ਹੈ, ਖਾਲੀ ਪ੍ਰੋਟੀਨ ਦਾ ਬੇਸ ਹੋਣਾ ਚਾਹੀਦਾ। ਲੇਕਿਨ ਅਗਰ ਆਪਾਂ ਦੇਖੀਏ, ਮੇਰੇ ਖਿਆਲ ਨਾਲ ਆਪਾਂ ਪਹਿਲਾਂ ਵੀ ਪ੍ਰੋਗਰਾਮ ਕੀਤਾ ਸੀ ਵੀ ਸਾਡੀ ਬੋਡੀ ਦਾ ਸਟਰਕਚਰ ਡਿਵੈਲਪ ਹੈਗਾ ਵੈਜੀਟੇਬਲ ਖਾਣ ਨੂੰ, ਹੈ ਨਾ। ਸੋ ਅਗਰ ਆਪਾਂ ਆਪਣਾ ਖਾਣੇ ਦੇ ਵਿੱਚ ਦਾਣੇ ਹੋਲ ਗ੍ਰੇਨ ਲੈ ਕੇ ਆਈਏ, ਫਰੂਟਸ ਲੈ ਕੇ ਆਈਏ, ਵੈਜੀਟੇਬਲ ਲੈ ਕੇ ਆਈਏ, ਸਬਜ਼ੀਆਂ ਲੈ ਕੇ ਆਈਏ, ਔਰ 72% ਜਿਹੜਾ ਸਾਡਾ ਸਰੀਰ ਹੈ ਪਾਣੀ ਜ਼ਿਆਦਾ ਸੇਵਨ ਕਰੀਏ। ਹੁਣ ਕਈ ਵਾਰ ਕੋਲੇਸਟ੍ਰੋਲ ਕਾਬੂ ਨਹੀਂ ਆਉਂਦਾ, ਫਿਰ ਤੁਹਾਨੂੰ ਦਵਾਈ ਲੈਣੀ ਪੈਂਦੀ ਹੈ। ਦਵਾਈ ਦਾ ਨਾਂ ਹੈਗਾ ਲਿਪੀਟੋਰ, LIPITOR। ਉਹ 10 ਮਿਲੀਗ੍ਰਾਮ ਤੋਂ ਸਟਾਰਟ ਕਰਕੇ ਡਾਕਟਰ ਵਧਾਉਂਦੇ ਆ, ਫਿਰ ਲੈਵਲ ਚੈੱਕ ਕਰਦੇ ਆ, ਕਿਉਂਕਿ ਫਿਰ ਨਹੀਂ ਤਾਂ ਹਾਰਟ ਡਿਜ਼ੀਜ਼ ਦਾ ਰਿਸਕ ਵੱਧ ਜਾਂਦਾ। ਡਾਕਟਰ ਸਾਹਿਬ, ਜਿਹੜੇ ਮੈਂ ਰੋਕ ਰਿਹਾ ਤੁਹਾਨੂੰ, ਨਟਸ ਹੁੰਦੇ ਆ, ਬਦਾਮ ਵਗੈਰਾ, ਇਹਨਾਂ 'ਚ ਵੀ ਕੋਲੇਸਟ੍ਰੋਲ ਹੁੰਦਾ ਜੀ? ਬਹੁਤ ਥੋੜਾ ਹੁੰਦਾ। ਅਗਰ ਤੁਸੀਂ ਮੁੱਠੀ ਦੇ ਵਿੱਚ ਪਾ ਲਓ 8-10 ਗਿਰੀਆਂ, ਤੁਹਾਨੂੰ ਤੰਗ ਨਹੀਂ ਦਊਗਾ। ਪੰਗਾ ਇਹ ਆ ਵੀ ਜਦ ਫਿਰ ਅਸੀਂ ਖਾਣ ਲੱਗਦੇ ਫਿਰ ਅਸੀਂ 8-10 ਗਿਰੀਆਂ ਤੇ ਨਹੀਂ ਰੁਕਣਾ ਹੁੰਦਾ ਨਾ, ਉਹ ਕੋਲੀ ਪੂਰੀ ਖਾ ਕੇ ਹਟਣਾ ਹੁੰਦਾ, ਕਾਜੂ ਵੀ ਕੋਲੀ ਪੂਰੀ ਖਾ ਕੇ ਹਟਣਾ ਹੁੰਦਾ। ਜਿਹੜੇ ਨਾ ਐਕਚੁਅਲੀ ਬਦਾਮ ਹੈਗੇ ਆ, ਇਹਨਾਂ 'ਚ ਤੱਤ ਹੈਗੇ ਜਿਹੜੇ ਬਲੱਡ ਵੈਸਲ ਨੂੰ ਖੋਲ੍ਹਦੇ ਆ। ਅੱਛਾ ਜੀ। ਹਾਂ, ਸੋ ਹੋਰ ਦੂਜਾ ਇਹਦੇ ਵਿੱਚ ਨੈਚੁਰਲ ਕੰਪਾਊਂਡ ਆ ਜਿਹੜੇ ਮਾਈਗ੍ਰੇਨ ਨੂੰ ਵੀ ਹੈਲਪ ਕਰਦੇ, ਵੀ ਤੁਹਾਨੂੰ ਐਸਪਰੀਨ ਜਾਂ ਐਡਵਿਲ ਦੀ ਲੋੜ ਨਾ ਪਵੇ। ਅੱਛਾ ਜੀ। ਲੇਕਿਨ 8-10 ਤੋਂ ਥੱਲੇ ਰੱਖੀਏ। ਸੋ ਜਿਹੜੇ ਨਟਸ ਹੈਗੇ ਆ, ਮੈਂ ਮੰਨਦਾ ਹਾਂ ਵੀ ਉਹਦੇ ਥੋੜਾ ਬਹੁਤ ਕੋਲੇਸਟ੍ਰੋਲ ਹੈਗਾ, ਬਟ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ 1 ਗ੍ਰਾਮ ਤਾਂ ਬੋਡੀ ਨੂੰ ਰੋਜ਼ ਚਾਹੀਦਾ ਹੀ ਚਾਹੀਦਾ, ਹੈ ਨਾ। ਔਰ ਸਾਰੀ ਚੀਜ਼ਾਂ ਕਿਰਿਆ ਵਾਸਤੇ 0 ਤੇ ਆਪਾਂ ਰੱਖ ਨਹੀਂ ਸਕਦੇ। ਦੂਜੀ ਗੱਲ ਹੈਗੀ ਆ, ਕਈ ਕਬੀਲੇ ਹੈਗੇ ਆ ਅਮਰੀਕਾ ਦੇ ਵਿੱਚ, ਖਾਸ ਕਰਕੇ ਸੈਂਟਰਲ ਔਰ ਸਾਊਥ ਅਮਰੀਕਾ 'ਚ ਔਰ ਮੈਕਸੀਕੋ 'ਚ ਜਿਹੜੇ ਨੇਟਿਵ ਹੈਗੇ ਆ, ਔਰ ਕਈ ਅਜੇ ਵੀ ਜੰਗਲਾਂ 'ਚ ਰਹਿੰਦੇ ਆ, ਪੁਰਾਤਨ ਆਦੀਵਾਸੀ ਲੋਕ ਜਿਹੜੇ ਹੈਗੇ ਆ, ਤੀਰ ਕਮਾਨ ਦੇ ਨਾਲ ਉਹ ਸ਼ਿਕਾਰ ਕਰਦੇ ਆ, ਕੱਪੜੇ ਵੀ ਘੱਟ ਪਾਉਂਦੇ ਆ। ਉਹ ਕਬੀਲਿਆਂ 'ਚ ਹਾਰਟ ਅਟੈਕ ਨਹੀਂ, ਜੋ 0, ਉਹਨਾਂ ਦੀ ਡਾਇਟ ਇੰਨੀ ਵਧੀਆ। ਹੁਣ ਇੱਕ ਹੋਰ ਟਰਾਈਬ ਹੈਗੀ ਆ ਜਿਹੜੀ ਪਾਕਿਸਤਾਨ ਦੀ ਪਹਾੜੀਆਂ ਦੇ ਲਾਗੇ ਹੈਗੀ ਆ, ਉਹਨੂੰ ਕਹਿੰਦੇ ਹੰਜ਼ਾ ਟਰਾਈਬ। ਅੱਛਾ ਜੀ। ਉਹ ਜਿੱਦਾਂ ਜਿਹੜਾ ਸਿਕੰਦਰ ਸੀ, ਜਿਹੜਾ ਅਲੈਗਜ਼ੈਂਡਰ ਦਾ ਗ੍ਰੇਟ, ਜਦੋਂ ਵਾਪਸ ਹਿੰਦੁਸਤਾਨ ਤੋਂ ਪਰਤਣ ਲੱਗਾ, ਕੁਛ ਉਹਦੇ ਲੋਕ ਉੱਥੇ ਰਹਿ ਗਏ, ਉਹ ਬਾਅਦ 'ਚੋਂ ਇਸਲਾਮ 'ਚ ਕਨਵਰਟ ਹੋਏ। ਉਧਰ ਨਾ ਕੈਂਸਰ, ਨਾ ਡਾਇਬਟੀਜ਼, ਨਾ ਬਲੱਡ ਪ੍ਰੈਸ਼ਰ, ਨਾ ਕੋਲੇਸਟ੍ਰੋਲ। 100 ਸਾਲ ਦਾ ਵਿਅਕਤੀ ਵੀ ਬਾਪ ਬਣ ਸਕਦਾ ਤੇ 80 ਸਾਲ ਦੀ ਔਰਤ ਵੀ ਜਨਮ ਦੇ ਸਕਦੀ ਹੈ। ਉਹਨਾਂ ਦੀ ਔਸਤ ਉਮਰ 120 ਸਾਲ ਦੀ ਆ ਐਵਰੇਜ। ਉਹ ਛੋਟਾ ਜਿਹਾ ਕਬੀਲਾ ਉੱਥੇ, ਹੰਜ਼ਾ ਟਰਾਈਬ ਉਹਨੂੰ ਕਹਿੰਦੇ। ਇਹ ਡਾਕਟਰ ਸਾਹਿਬ, ਇਹਦਾ ਨੁਕਤਾ ਕੀ ਹੈ, ਰਾਜ਼ ਕੀ ਹੈ ਜੀ? ਰਾਜ਼ ਜੈਨੇਟਿਕਸ ਤਗੜਾ ਉਹਨਾਂ ਦਾ, ਤੇ ਖਾਣਾ ਬਹੁਤ ਤਗੜਾ। ਖਾਣੇ ਦੇ ਵਿੱਚ ਇਹ ਆ, ਦੇਖੋ ਉਹ ਪਹਾੜੀ ਇਲਾਕਾ ਜਿੱਥੇ ਪੋਲਿਊਸ਼ਨ ਹੈਗੀ 0, ਕੋਈ ਇੰਡਸਟਰੀ ਨਹੀਂ, ਤੇ ਗਲੇਸ਼ੀਅਰ ਦਾ ਪਾਣੀ ਪੀਂਦੇ ਜਿਹੜਾ ਇੱਕਦਮ ਪਿਓਰ ਹੈਗਾ। ਬੱਕਰੀ ਈਦ ਦੇ ਟਾਈਮ 1 ਵਾਰੀ ਬੱਕਰੀ ਖਾਂਦੇ ਸਾਲ 'ਚ। ਅੱਛਾ। ਅਪ ਐਂਡ ਡਾਊਨ ਪਹਾੜੀ, ਰੋਜ਼ ਐਕਸਰਸਾਈਜ਼ ਹੋ ਗਈ 2-3 ਘੰਟੇ,
ਮੈਂ ਨਾ ਗਿਆ ਸੀ ਨੇਪਾਲ 2015 ਚ ਜਦੋਂ ਅਰਥਕੁਏਕ ਹੋਈ। ਉੱਥੇ ਅਰਥਕੁਏਕ ਹੋਇਆ ਸੀ ਮੈਂ ਦੇਖਿਆ 80 ਸਾਲ ਦੇ ਬਜ਼ੁਰਗ ਪਹਾੜੀ ਉੱਪਰ ਥੱਲੇ ਰੋਜ਼ ਚੁੜੇ ਫਿਰਦੇ, ਜਿੱਦਾਂ ਗਰਾਊਂਡ ਨਹੀਂ ਆ। ਹਾਂਜੀ ਇਹ ਹਾਂਜੀ ਤਾਂ ਮਤਲਬ ਆਮ ਗੱਲ ਆ ਨਾ ਉੱਥੇ 80 ਸਾਲ ਦਾ ਵਿਅਕਤੀ ਵੀ ਰੋਜ਼ ਚੜਦਾ ਥੱਲੇ ਉੱਪਰ ਥੱਲੇ, ਕਿਉਂਕਿ ਉਹ ਗਿੱਜੇ ਹੋਏ ਵਾਹ ਡੇ 1 ਤੋਂ। ਸੋ ਫਿਜ਼ੀਕਲ ਐਕਟੀਵਿਟੀ। ਦੂਜਾ ਉੱਥੇ ਐਪਰੀਕॉट ਹੁੰਦੇ। ਹੁਣ ਐਪਰੀਕॉट ਦਾ ਮੈਨੂੰ ਪੰਜਾਬੀ ਲਫ਼ਜ਼ ਨਹੀਂ ਆਉਂਦਾ, APRICOT ਹਾਂਜੀ ਐਪਰੀਕॉट ਐਪਰੀਕॉट्स। ਉਹਦੇ ਵਿੱਚ ਪਤਾ ਨਹੀਂ ਕੋਈ ਚੀਜ਼ ਹੈਗੀ ਜਿਹੜੀ ਉਹਨਾਂ ਨੂੰ ਹੈਲਪ ਕਰਦੀ ਆ, ਔਰ ਇੱਕ ਫਸਲ ਹੁੰਦੀ ਆ ਉੱਥੇ। ਸੋ ਇਹ ਸਾਰੀਆਂ ਚੀਜ਼ਾਂ ਉਹਨਾਂ ਦੀ ਤਰਜ਼ੇ ਜ਼ਿੰਦਗੀ ਬੜੀ ਤਗੜੀ ਆ। ਉੱਥੇ ਬੜੇ ਸਾਇੰਟਿਸਟ ਰਿਸਰਚ ਕਰਦੇ ਵੀ ਕੈਂਸਰ ਵੀ ਨਹੀਂ ਹੈਗਾ ਜੋ ਉਹਨਾਂ ਨੂੰ। ਸੋ ਇਸ ਤੋਂ ਇਹ ਸਾਬਿਤ ਹੁੰਦਾ ਵੀ ਸਾਰੀਆਂ ਚੀਜ਼ਾਂ ਸਾਡੀ ਲਾਈਫ ਸਟਾਈਲ ਦੇ ਨਾਲ ਕਿਤੇ ਨਾ ਕਿਤੇ ਜੁੜੀਆਂ। ਮਤਲਬ ਜਿਹੜੀ ਗੱਲ ਅਸੀਂ ਬਾਰ-ਬਾਰ ਕਰਦੇ ਹਾਂ, ਚਾਹੇ ਉਹ ਬਲੱਡ ਪ੍ਰੈਸ਼ਰ ਲਈ ਕੀਤੀ, ਚਾਹੇ ਉਹ ਡਾਇਬੀਟੀਜ਼ ਲਈ ਕੀਤੀ, ਚਾਹੇ ਉਹ ਅਸੀਂ ਹੁਣ ਕੋਲੈਸਟਰੋਲ ਲਈ ਕਰ ਰਹੇ ਹਾਂ, ਉਹ ਇਹ ਆ ਵੀ ਜਿੰਨਾ ਤੁਸੀਂ ਐਕਸਰਸਾਈਜ਼ ਕਰਦੇ ਆ, ਜਿੰਨਾ ਪਸੀਨਾ ਆਉਂਦਾ ਤੁਹਾਨੂੰ, ਜਿੰਨੀ ਤੁਸੀਂ ਮਿਹਨਤ ਕਰਦੇ ਆ, ਉਹਨਾਂ ਇਹਨਾਂ ਚੀਜ਼ਾਂ ਤੋਂ ਬਚਾ ਰਹਿੰਦਾ। ਬਿਲਕੁਲ, ਜਦੋਂ ਬਾਣੀ ਵੀ ਕਹਿੰਦੀ ਹੈ ਸੋ ਖਾਣਾ ਖੁਸ਼ੀ ਕਾ ਵਾਰ, ਜਿਸ ਖਾਦੇ ਤਨ ਪੀੜੀਆ ਮਨ ਮੇ ਚਲੇ ਵਿਕਾ। ਖਾਣਾ ਉਹ ਖਾਈਏ ਵੀ ਜਿਹੜਾ ਸਰੀਰ ਮਨ ਔਰ ਆਤਮਾ ਜਿਹੜੀ ਹੈ ਪ੍ਰਸੰਨ ਰਵੇ। ਹੁਣ ਕੋਲੇਸਟ੍ਰੋਲ ਦੇ ਵਿੱਚ ਬਹੁਤੇ ਲੋਕੀ ਆ ਨਾ ਟੋਟਲ ਕੋਲੇਸਟ੍ਰੋਲ ਦਾ ਨੰਬਰ ਦੇਖ ਕੇ ਡਰਨ ਲੱਗ ਪੈਂਦੇ ਆ। ਉਹ ਨਹੀਂ ਜੋ ਰਿਸਕ ਤੁਹਾਡੇ ਹਾਰਟ ਡਿਜ਼ੀਜ਼ ਦਾ ਹੈ ਨਾ ਜੀ, ਦਾ ਹਾਰਟ ਡਿਜ਼ੀਜ਼ ਦਾ ਰਿਸਕ ਹੈ ਵੀ ਤੁਹਾਡੀ ਕੋਰਨਰੀ ਆਰਟਰੀਜ਼ ਜਿਹੜੀਆਂ ਹੈਗੀਆਂ ਉਹ ਬਲੌਕ ਹੋਈਆਂ ਕਿ ਨਹੀਂ ਹੋਈਆਂ, ਉਹਨਾਂ 'ਚ ਕੈਲਸ਼ੀਅਮ ਡਿਪੋਜ਼ਿਟ ਹੋ ਰਿਹਾ ਕਿ ਨਹੀਂ ਹੋ ਰਿਹਾ। ਔਰ ਅਗਰ ਹੋ ਰਿਹਾ ਤੇ ਆਉਣ ਵਾਲੇ 4-5 ਸਾਲ 'ਚ ਇਹ ਸੰਕੇਤ ਕਰਦਾ ਵੀ ਹਾਰਟ ਅਟੈਕ ਹੋਣ ਦੇ ਚਾਂਸਸ ਹੈਗੇ ਆ, ਤੇ ਤੁਸੀਂ ਆਪਣੀ ਲਾਈਫ ਸਟਾਈਲ ਫਿਰ ਮੁੜ ਕੇ ਆ ਸਕਦੇ ਆ। ਸਾਡੇ ਸਾਹਮਣੇ ਇੱਕ ਜਿੱਦਾਂ ਜਾਂਦਾ ਐਗਜ਼ਾਮਪਲ ਹੈਗਾ ਐਕਸ ਪ੍ਰੈਜ਼ੀਡੈਂਟ ਬਿਲ ਕਲਿੰਟਨ ਸਾਹਿਬ। ਉਹਨਾਂ ਨੂੰ 2004 'ਚ ਨਾ ਹਾਰਟ ਅਟੈਕ ਹੋ ਗਿਆ ਅਚਾਨਕ। ਫਿਰ ਉਹਨਾਂ ਦਾ 4 ਕੋਰਨਰੀ ਆਰਟਰੀਜ਼ ਪਲੱਗ ਸੀ, ਉਹ ਬਾਈਪਾਸ ਕੀਤਾ। ਫਿਰ ਉਹ ਐਕਸਰਸਾਈਜ਼ ਕਰਨ ਲੱਗ ਪਏ, ਥੋੜ੍ਹੀ ਬਹੁਤ ਡਾਈਟ ਚੇਂਜ ਕੀਤੀ, ਬਟ ਆਦਤਾਂ ਨਹੀਂ ਜਾਂਦੀ। ਉਹ ਹੈਮਬਰਗਰ ਬਹੁਤ ਲਾਈਕ ਕਰਦਾ, ਜਿਹੜਾ ਚੀਜ਼ ਬਰਗਰ ਕਹਿੰਦੇ ਆ ਹੈਮਬਰਗਰ ਹੈ ਨਾ। ਅੱਛਾ ਜੀ। ਨਾਲੇ ਉਹ ਮਿੱਠੀਆਂ ਚੀਜ਼ਾਂ ਡਿਜ਼ਰਟ ਬਹੁਤ ਲਾਈਕ ਕਰਦਾ। ਫਿਰ 2012 'ਚ ਉਹਨੂੰ ਫਿਰ ਜਦੋਂ ਚੈੱਕ ਕੀਤਾ ਤੇ ਉਹਦੇ ਜਿੱਥੇ ਜਿੱਥੇ ਟ੍ਰਾਂਸਪਲਾਂਟ ਕੀਤੇ ਸੀ ਨਾੜੀਆਂ ਉਹ ਸੁੰਗੜ ਗਈਆਂ। ਫਿਰ ਉਹਨਾਂ ਨੇ ਸਟੈਂਟ ਪਾਏ। ਫਿਰ ਉਹਨੇ ਉਹ ਕਲੀਵਲੈਂਡ ਵਾਲਾ ਡਾਕਟਰ ਕੰਸਲਟ ਕੀਤਾ, ਜਿਹਦਾ ਨਾਂ ਭੁੱਲ ਗਿਆ ਮੈਨੂੰ। ਉਹਨੇ ਕਿਹਾ ਵੀ ਤੂੰ ਨਾ ਡੇਅਰੀ ਲੈਣਾ, ਨਾ ਮਿੱਠਾ ਲੈਣਾ, ਤੇ ਨਾ ਮੀਟ ਅੰਡਾ ਮੱਛੀ ਕੁਛ ਨਹੀਂ ਲੈਣਾ, ਨਾ ਚਿਕਨ। ਇਸ ਵੇਲੇ ਬਿਲਕੁਲ ਠੀਕ ਆ, ਕੋਈ ਉਹਦੀ ਪ੍ਰੋਬਲਮ ਨਹੀਂ, ਹਾਰਟ ਦਾ ਸਾਰੀਆਂ ਚੀਜ਼ਾਂ ਠੀਕ ਚੱਲ ਰਹੀਆਂ। ਉਹ ਕਹਿੰਦਾ ਮੈਂ ਅੱਗੇ ਨਾਲੋਂ ਜ਼ਿਆਦਾ ਮੇਰੇ 'ਚ ਐਨਰਜੀ ਹੈਗੀ ਆ, ਮੇਰੀ ਨੀਂਦ ਠੀਕ ਆ, ਮੇਰੀ ਜ਼ਿੰਦਗੀ ਸੁਰਖਰੂ ਆ। ਇੱਕ ਹੋਰ ਬਹੁਤ ਵੱਡੀ CEO ਸੀ, ਉਹਨੂੰ ਹਾਰਟ ਅਟੈਕ ਹੋ ਗਿਆ। ਉਹ ਡਾਕਟਰ ਉਹਦਾ ਸਰਜਨ ਕਹਿੰਦਾ ਵੀ ਨਹੀਂ ਤੈਨੂੰ ਬਾਈਪਾਸ ਤਾਂ ਕਰਨੀ ਪੈਣੀ ਆ, ਮਸਲ ਡੈਮੇਜ ਹੋ ਗਿਆ ਤੇਰਾ ਹਾਰਟ ਦਾ। ਉਹਨੇ ਫਿਰ ਕਿਹਾ ਵੀ ਨਹੀਂ ਮੈਂ ਬਾਈਪਾਸ ਨਹੀਂ ਕਰਾਉਣੀ, ਭਾਵੇਂ ਜੋ ਮਰਜ਼ੀ ਕਰੋ। ਉਹਨੇ ਬੈਕ ਟੂ ਵੈਜੀਟੇਰੀਅਨ, ਕਿਉਂਕਿ ਕਈਆਂ ਨੂੰ ਨਾ ਬਚਪਨ ਤੋਂ ਅਗਰ ਮੀਟ ਖਾਂਦੇ ਉਹਨਾਂ ਨੂੰ ਛੱਡਣਾ ਬੜਾ ਔਖਾ। ਦੇਖੋ ਆਪਾਂ ਉਸ ਕੰਟਰੀ ਤੋਂ ਆਏ ਹਾਂ ਜਿੱਥੇ ਵੈਜੀਟੇਬਲ ਦੀ ਸਮੱਗਰੀ ਜ਼ਿਆਦਾ, ਸਾਡੇ ਖਾਣੇ ਮੋਸਟਲੀ ਵੈਜੀਟੇਬਲ ਆ। ਹੁਣ ਮੇਰੇ ਘਰ ਬੰਬੇ ਮੇ ਵੀ ਮਹੀਨੇ 'ਚ ਇੱਕ ਵਾਰੀ ਮੁਰਗਾ ਬਣਦਾ ਹੋਣਾ, ਉਸ ਜ਼ਮਾਨੇ 'ਚ ਰੋਜ਼ ਥੋੜ੍ਹੀ ਬਣਦਾ ਸੀ, ਅਸੀਂ ਅਗਰ ਖਾਂਦੇ ਵੀ ਸੀ ਹੈ ਨਾ। ਬਟ ਇੱਥੇ ਮੀਟ ਐਵਰੀਡੇ ਪਾਰਟ ਆਫ ਦਾ ਡਾਇਟ ਹੈਗਾ। ਇਹ ਬਹੁਤ ਵੱਡੀ ਸਮੱਸਿਆ, ਉਹਨਾਂ ਨੂੰ ਛੱਡਣਾ ਔਖਾ। ਸਾਡੇ ਵਿੱਚ ਕੋਲੇਸਟ੍ਰੋਲ ਦੀ ਸਮੱਸਿਆ ਕਿਉਂ ਜ਼ਿਆਦਾ ਸਾਡੇ ਔਰ ਗੁਜਰਾਤੀਆਂ 'ਚ? ਬਾਕੀ ਜਿਹੜੇ ਸਾਊਥ ਇੰਡੀਅਨ ਉਹਨਾਂ ਨੂੰ ਘੱਟ ਜੋ, ਕਿਉਂਕਿ ਸਾਊਥ ਇੰਡੀਅਨ ਕੀ ਖਾਂਦੇ, ਚੌਲ ਤੇ ਦਾਲ ਖਾਂਦੇ ਜ਼ਿਆਦਾ ਹੈ ਨਾ, ਉਹ 'ਚ ਕੋਲੇਸਟ੍ਰੋਲ ਬਿਲਕੁਲ ਨਹੀਂ। ਅੱਛਾ ਜੀ। ਹਾਂ, ਅਸੀਂ ਕੀ ਖਾਂਦੇ ਹਾਂ ਜ਼ਿਆਦਾ? ਮੁਰਗਾ, ਮੱਛੀ, ਅੰਡਾ, ਫਿਰ ਬਟਰ, ਘਿਓ ਹੈ ਨਾ, ਦਹੀਂ, ਇਹ ਵੀ ਲੋਡਡ ਆ। ਜਿਹੜੇ ਗੁਜਰਾਤੀ ਆ ਉਹ ਹਰ ਖਾਣੇ ਦੇ ਵਿੱਚ ਘਿਓ ਪਾਉਂਦੇ। ਸੋ ਇਹ ਪ੍ਰੋਬਲਮ ਹੈ। 9 ਟਾਈਮਸ ਜ਼ਿਆਦਾ ਟਰਬਲ ਜੋ ਸਾਨੂੰ, 9 ਟਾਈਮਸ। ਜਿਹਨੂੰ ਡਾਕਟਰ ਸਾਹਿਬ ਮੰਨ ਲਓ ਹਾਰਟ ਦੀ ਪ੍ਰੋਬਲਮ, ਆਖਰੀ ਸਵਾਲ ਸਾਡੇ ਕੋਲ, ਸਮਾਂ ਵੀ ਥੋੜਾ, ਜਿਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ, ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿੰਦਾ ਮੈਂ ਬਾਈਪਾਸ ਨਹੀਂ ਕਰਵਾਉਣੀ, ਉਹ ਕਹਿੰਦੇ ਨਾੜਾ ਬਲੌਕ ਆ, ਫਲਾਣਾ। ਜੀ ਜੀ। ਜੇ ਉਹ ਡਾਈਟ ਆਪਣੀ ਠੀਕ ਕਰ ਲੈਣ ਤੇ ਨਾਲ ਐਕਸਰਸਾਈਜ਼ ਸ਼ੁਰੂ ਕਰ ਲੈਣ, ਉਹ ਚੀਜ਼ਾਂ ਰਿਵਰਸ ਹੋ ਸਕਦੀਆਂ ਹੁੰਦੀਆਂ? 100%, ਨਾਟ ਇਵਨ 99, 100%। ਜਿਹੜੇ ਨਾ ਉਹ ਕਲੀਵਲੈਂਡ ਦੇ ਡਾਕਟਰ ਈ ਤੋਂ ਸਟਾਰਟ, ਐਟਿੰਗ ਉਹਦਾ ਕੁਛ ਨਾਂ ਹੈਗਾ, ਪਲੀਜ਼ ਗੂਗਲ 'ਚ ਦੇਖਿਓ, ਮੈਨੂੰ ਕਿਉਂਕਿ ਪੁਰਾਣੀ ਗੱਲ ਹੈ, ਮੈਨੂੰ ਉਹਦਾ ਨਾਂ ਭੁੱਲ ਗਿਆ। ਉਹਨਾਂ ਨੇ ਪਿਛਲੇ 10 ਸਾਲ ਦੀ ਸਟੱਡੀ ਪਬਲਿਸ਼ ਕੀਤੀ ਆ ਵੀ 100% ਇਫੈਕਟ ਹੁੰਦਾ, ਔਰ 75% 'ਚ ਜਿਹੜਾ ਕੈਲਸ਼ੀਅਮ ਵੀ ਜੰਮ ਗਿਆ ਸੀ ਨਾੜੀਆਂ 'ਚ ਉਹ ਵੀ ਰਿਵਰਸ ਹੋ ਜਾਂਦਾ। ਵਾਹ ਵਾਹ ਵਾਹ। ਸੋ ਇਸ ਲਈ ਸਾਡਾ ਖਾਣਾ ਇੰਪਰੂਵ ਕਰੋ, ਅਸੀਂ ਰੰਗਦਾਰ ਚੀਜ਼ਾਂ ਖਾਈਏ, ਖਾਸ ਕਰਕੇ ਹਰੇ ਰੰਗ ਵਾਲੀਆਂ, ਲਾਲ ਰੰਗ ਵਾਲੀਆਂ, ਪੀਲੇ ਰੰਗ ਵਾਲੀਆਂ, ਨੀਲੇ ਰੰਗ ਵਾਲੀਆਂ। ਹੁਣ ਦੇਖੋ ਸਰੀ ਦੇ ਵਿੱਚ ਸਾਡੇ ਬੰਦਿਆਂ ਕੋਲ ਕਿੰਨੇ ਵੱਡੇ ਵੱਡੇ ਫਾਰਮ ਹੈਗੇ ਆ। ਬਿਲਕੁਲ, ਬਲੂਬਰੀ ਫਾਰਮ ਹੈਗਾ, ਸਬਜ਼ੀਆਂ ਲੱਗੀਆਂ, ਮੇਥੀ ਲੱਗੀ ਆ, ਆਪਾਂ ਆ ਪਿੱਛੇ ਮਾਲਕਨ ਨੇ ਵੀ ਬੀਜਿਆ ਸੀ ਸਮਾਨ ਹੈ ਨਾ। ਸੋ ਆਪਾਂ ਹਰ ਸਾਡੇ ਘਰ ਦੇ ਪਿੱਛੇ ਵੀ ਲਾ ਸਕਦੇ ਹਾਂ ਹੈ ਨਾ, ਉਹ ਸਾਡਾ ਆਰਗੈਨਿਕ ਗਾਰਡਨ ਹੈਗਾ। ਔਰ ਜੋ ਅਸੀਂ ਖਾਵਾਂਗੇ ਉਹੀ ਸਾਡਾ ਸਰੀਰ ਬਣੂਗਾ, ਉਹੀ ਵਿਚਾਰ ਮਨ ਦੇ ਵਿੱਚ ਚੱਲਣਗੇ। ਹੁਣ ਦੇਖੋ ਜਿਹੜੀ ਘਾਹ ਆ ਜਾਂ ਬੂਟੀਆਂ, ਇਹਦੇ ਵਿੱਚ ਵੀ ਚੇਤਨਾ ਹੈਗੀ ਆ, ਜੀਵ ਆਤਮਾ ਇਹਦੇ ਵਿੱਚ ਵੀ ਹੈਗੀ ਆ। ਜੇਤੇ ਦਾਣੇ ਆਣ ਕੇ ਜੀਆਂ ਬਾਜ ਨਾ ਕੋਏ, ਪਹਿਲਾ ਪਾਣੀ ਜੀਵ ਹੈ ਜਿਤਾਰਿਆ ਸਭ ਕੁਝ। ਏਦਾਂ ਨਹੀਂ ਵੀ ਮੀਟ ਵਿੱਚ ਜੀਵ ਆਤਮਾ ਜੀਵ, ਲੇਕਿਨ ਇਹਨਾਂ ਦੀ ਚੇਤਨਾ ਬਹੁਤ ਲੋ ਗ੍ਰੇਡ ਦੀ ਹੈਗੀ।
ਜਿਹੜਾ ਮੀਟ ਹੈ ਹੁਣ ਦੇਖੋ ਗਾਂ ਆ ਘੋੜਾ ਆ ਜਾਂ ਜੋ ਆ ਉਹ ਚੇਤਨਾ ਬਿਲਕੁਲ ਹਿਊਮਨ ਦੇ ਲਾਗੇ ਆ ਕੇ ਖੜੋ ਗਈ ਹੈ ਕਿਉਂਕਿ ਉਹ ਵੀ ਕਰੁਣਾ ਨੂੰ ਸਮਝਦੇ ਆ, ਉਹ ਵੀ ਪ੍ਰੇਮ ਨੂੰ ਸਮਝਦੇ ਆ, ਉਹ ਵੀ ਝਿੜਕਣ ਨੂੰ ਸਮਝਦੇ ਆ, ਉਹ ਵੀ ਆਪਣੇ ਫੈਮਿਲੀ ਦੇ ਜਿਹੜੇ ਸਟਰਕਚਰ ਨੂੰ ਸਮਝਦੇ ਆ। ਸੋ ਚੇਤਨਾਵਾਂ 4 ਲੈਵਲ ਦੀਆਂ ਹੈਗੀਆਂ। ਕਿਸ ਦਿਨ ਆਪਾਂ ਉਹਦਾ ਖੁਲਾਸਾ ਬਾਅਦ ਚ ਕਰਾਂਗੇ। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਉਣ ਵਾਲੇ ਦਿਨਾਂ ਵਿੱਚ ਫਿਰ ਅਸੀਂ ਇਹ ਗੱਲਾਂ ਜਾਰੀ ਰੱਖਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਲੇਕਿਨ ਅੱਜ ਪਹਿਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਤੁਹਾਡੇ ਸਿੱਖ ਸੰਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। 1604 ਦੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਹੋਈ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਤੋਂ ਲਿਖਵਾਇਆ, ਤਾਂ ਫਿਰ ਬਾਬਾ ਬੁੱਢਾ ਜੀ ਨੇ ਆਪਣੇ ਸਿਰ ਦੇ ਉੱਤੇ ਉਹਨੂੰ ਕੈਰੀ ਕਰਕੇ ਹਰਿਮੰਦਰ ਸਾਹਿਬ ਪ੍ਰਕਾਸ਼ ਕੀਤਾ। ਤੇ ਅੰਗ 783 ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਨ ਆਇਆ ਰਾਮ, ਤਰਤ ਸੁਆਵੀ ਤਾਲ ਸੁਆਵ ਵਿੱਚ ਪਛਾਇਆ ਰਾਮ। ਸੋ ਇਹ ਜਿਹੜੀਆਂ ਗੱਲਾਂ ਹੈਗੀਆਂ ਵੀ ਸੰਤਾਂ ਕੇ ਕਾਰਜ ਆਪ, ਜਦੋਂ ਤੁਹਾਡੀ ਭਾਵਨਾ ਹੈਗੀ ਪਰਮੇਸ਼ਰ ਆਪ ਆ ਕੇ ਖਲੋ ਕੇ ਕੰਮ ਕਰੂਗਾ। ਲੇਕਿਨ ਇਹਦੇ ਜਿਹੜਾ ਲਫ਼ਜ਼ ਹੈਗਾ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ ਰਾਮ, ਇਹਦਾ ਰਾਮ ਦਾ ਅਰਥ ਹੁੰਦਾ ਜਿਹੜਾ ਰਮਿਆ ਹੋਇਆ ਹਰ ਜ਼ਰਰੇ 'ਚ ਆ। ਰਾਮ ਚੰਦਰ ਭਗਵਾਨ ਜਿਹੜਾ ਸੀਤਾ ਦਾ ਹਸਬੈਂਡ, ਉਹਦੀ ਗੱਲ ਨਹੀਂ ਹੋ ਰਹੀ। ਜਿਹੜਾ ਜ਼ਰਰੇ ਜ਼ਰਰੇ ਦੇ ਵਿੱਚ ਰਾ ਜਾਂ ਮਾਂ, ਰਾ ਦਾ ਅਰਥ ਹੁੰਦਾ ਸੂਰਜ, ਮਾਂ ਦਾ ਅਰਥ ਹੁੰਦਾ ਚੰਦਰਮਾ, ਜਿਹੜਾ ਰੋਸ਼ਨੀ ਪ੍ਰਤੀਕ ਹੈਗਾ। ਸੋ ਖੁਸ਼ ਰਹੋ, ਆਬਾਦ ਰਹੋ। ਫਿਰ ਜੀ ਮਿਲਾਂਗੇ ਔਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਬਹੁਤ ਕੁਝ ਤੁਹਾਡੇ ਤੋਂ ਵੀ ਸਿੱਖੀਦਾ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ। ਦੋਸਤੋ, ਡਾਕਟਰ ਪ੍ਰਗਟ ਸਿੰਘ ਭੁਰ ਜੀ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਜਦੋਂ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਦੱਸਿਆ ਸੀ, ਸਭ ਤੋਂ ਜ਼ਰੂਰੀ ਸਾਡੇ ਲਈ ਸਾਡੀ ਸਿਹਤ ਆ ਔਰ ਇਹਦੀ ਜਾਣਕਾਰੀ ਹੈ। ਜਿਹਨੇ ਆਖਰੀ ਸਾਹ ਤੱਕ ਸਾਡੇ ਨਾਲ ਚੱਲਣਾ, ਇਹਦੇ ਬਾਰੇ ਜਾਣਕਾਰੀ ਲੈਣ ਦੇ ਲਈ ਅਸੀਂ ਅਕਸਰ ਡਾਕਟਰ ਪ੍ਰਗਟ ਸਿੰਘ ਭੁਰ ਜੀ ਉਹਨਾਂ ਕੋਲ ਆਉਂਦੇ ਹਾਂ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਇੱਕ ਨਵੇਂ ਵਿਸ਼ੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਂਗੇ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।